सोचा जमीन बारे बुढ़िया? ਜ਼ਮੀਨ ਬਾਰੇ? ਜ਼ਮੀਨ ਦਾ ਮੈਂ ਪੈਰ ਨਹੀਂ ਧਰਦਾ ਪੈਰ, ਤੂੰ ਸਾਰੀ ਜ਼ਮੀਨ ਦੀ ਗੱਲ ਕਰਦਾ ਹੈ। साडे खौफ तो डरदे तां पिंड छड्ड जांदे आ लोकी ते तैनूं मौत तो रत्ता भी डर नहीं लगदा। ਤੂੰ ਸਾਨੂੰ ਡਰਾਉਣਾ ਚਾਹੁੰਦਾ ਹੈ। ਅਸੀਂ ਉਸ ਗੁਰੂ ਦੇ ਸਿੱਖ ਹੈ, ਨਾ ਕਿਸੇ ਤੋਂ ਡਰਦੇ ਆ ਨਾ ਕਿਸੇ ਨੂੰ ਡਰਾਉਣੇ ਆ, ਭਾਵੇਂ ਸਾਡੀ ਧੌਣ ਕਿਉਂ ਨਾ ਲੈ ਜਾਵੇ। और लगदा तेरी धौण दे बलावे कड्ढने पैणे बुढ़िया। ਕੱਲਾ ਵੇਖ ਕੇ ਕੱਲਿਆ ਕੱਲਾ ਆਓ। खड़ी जट ते हले भी तांगड़ा मारदा। जमीन च पैर भी रखांगे ते वावांगे भी, पर तू नहीं वेखण जोगरा रहा। हाँ भी खुस्सा साहब, फिर हो गया काम? और हो गया। ਲਓ ਅੱਜ ਦੀ ਤਾਜ਼ਾ ਖਬਰ, ਇੱਕ ਹੋਰ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਆਤਮ ਹੱਤਿਆ। ਕਿਉਂ ਖੋਸਾ ਸਾਹਿਬ? मुंडियो टंग दिओ साले नूं टाली नाल। हाँ भी बच्चों, आज फिर की कीता सारा दिन स्कूल च? गुड, ठीक है। तू दस भी समझदार भी की सिक्ख्या मिली तेन उस फिल्म तो? सर जी, जो बंदा माड़े काम करदा अंत विच उस नूं मरना ही पैंदा है। बाबा बंदा सिंह बहादुर ने किहनूं मारिया सी? वजीर खान। वजीर खान क्यों मारिया सी? ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਵਾਸਤੇ ਬਾਬਾ ਜੀ ਨੇ ਵਜ਼ੀਰ ਖਾਨ ਨੂੰ ਮਾਰਿਆ ਸੀ। ਡੈਡੀ ਜੀ, ਬਾਬਾ ਬੰਦਾ ਸਿੰਘ ਬਹਾਦਰ ਨੇ ਤਾਕਤਵਰ ਕਿਵੇਂ ਸੀ? ਬਾਬਾ ਜੀ ਹਰ ਟਾਈਮ ਗੁਰਬਾਣੀ ਪੜ੍ਹਦੇ ਰਹਿੰਦੇ ਸੀ। ਉਹਨਾਂ ਨੇ ਅੰਮ੍ਰਿਤ ਪਾਨ ਕੀਤਾ ਸੀ, ਅੰਮ੍ਰਿਤ ਛਕਿਆ ਸੀ। ਪੁੱਤਰੋ, ਗੁਰਬਾਣੀ ਵਿੱਚ ਬਹੁਤ ਤਾਕਤ ਹੈ, ਇਸੇ ਕਰਕੇ ਉਹ ਇੰਨੇ ਪਾਵਰਫੁਲ ਸੀ। ਤੇ ਤੁਸੀਂ ਸਾਰੇ ਅੱਜ ਤੋਂ ਬਾਅਦ ਗੁਰਬਾਣੀ ਪੜ੍ਹਿਆ ਕਰੋ। ਡੈਡੀ ਜੀ, ਮੈਂ ਵੀ ਹੁਣ ਤੋਂ ਬਾਣੀ ਪੜਿਆ ਕਰੂੰਗਾ ਤੇ ਬਾਬਾ ਜੀ ਦੀ ਤਰ੍ਹਾਂ ਤਾਕਤਵਰ ਬਣੂੰਗਾ। ਡੈਡੀ ਜੀ, ਬਾਬਾ ਬੰਦਾ ਸਿੰਘ ਬਹਾਦਰ ਨੇ ਤਾਂ ਵਜ਼ੀਰ ਖਾਨ ਨੂੰ ਮਾਰਤਾ, ਹੁਣ ਮੈਂ ਕਿਹਦੇ ਨਾਲ ਲੜੂੰਗਾ? ਪੁੱਤਰਾ, ਤੂੰ ਬਾਬਾ ਜੀ ਵਰਗਾ ਬਣ ਤੇ ਸਹੀ। ਵਜ਼ੀਰ ਖਾਨ ਵਰਗੇ ਤਾਂ ਤੈਨੂੰ ਹਰ ਗਲੀ ਮੋੜ ਤੇ ਮਿਲਣਗੇ। सर मैं पानी पी के आऊंगा। ਜਾਓ ਜਾਓ। ਹਾਂ ਵੀ ਹੋਰ ਤਾਂ ਨਹੀਂ ਜਾਣਾ ਕਿਸੇ ਨੇ? ਠੀਕ ਹੈ, ਕੱਢੋ ਫਿਰ ਆਪਣੀਆਂ ਕਾਪੀਆਂ। ਚਲੋ ਸਿੱਧਾ ਹੋ ਬੈਠ। ਸਰ, ਅੱਜ ਕੀ ਪੜ੍ਹਨਾ ਜੀ? ਅੱਜ ਮੈਂ ਤੁਹਾਨੂੰ ਬਾਬਾ ਜੀ ਦੇ ਇਤਿਹਾਸ ਬਾਰੇ ਦੱਸਦਾ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਾਡੇ ਤੇ ਬੜੇ ਉਪਕਾਰ ਕੀਤੇ। ਪੁੱਤਰੋ, ਜਿਹੜੀਆਂ ਅੱਜ ਜ਼ਮੀਨਾਂ ਸਾਡੀਆਂ ਨਾ, ਇੱਕ ਟਾਈਮ ਸੀ ਇਹ ਜ਼ਮੀਨਾਂ ਸਾਡੀਆਂ ਨਹੀਂ ਸੀ, ਇਹਨਾਂ ਤੇ ਮੁਗਲਾਂ ਦਾ ਰਾਜ ਸੀ
ਤੇ ਉਹ ਸਾਡੇ ਤੇ ਜ਼ੁਲਮ ਕਰਦੇ ਸੀ ਤੇ ਬਾਬਾ ਜੀ ਨੇ ਉਹਨਾਂ ਤੋਂ ਇਹ ਜ਼ਮੀਨਾਂ ਖੋਹ ਕੇ ਸਾਨੂੰ ਦਿੱਤੀਆਂ ਤੇ ਸਾਨੂੰ ਇਹਨਾਂ ਜ਼ਮੀਨਾਂ ਦੇ ਮਾਲਕ ਬਣਾਇਆ। ਇਸ ਲਈ ਸਾਨੂੰ ਇਹੋ ਜਿਹੇ ਸੂਰਮਿਆਂ ਨੂੰ ਹਰ ਟਾਈਮ ਚੇਤੇ ਰੱਖਣਾ ਚਾਹੀਦਾ। ਠੀਕ ਹੈ, ਰੱਖੋਗੇ ਨਾ? ਵੈਰੀ ਗੁੱਡ। ਤੇ ਸਾਨੂੰ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਚਾਹੀਦਾ। ਓਕੇ, ਅੱਜ ਦੀ ਤੁਹਾਡੀ ਇਹੀ ਕਲਾਸ ਹੈ ਤੇ ਹੁਣ ਤੁਸੀਂ ਰੈਸਟ ਕਰੋ। ਠੀਕ ਹੈ, ਜਾਓ, ਛੁੱਟੀ ਹੈ ਤੁਹਾਨੂੰ। ਠੀਕ ਹੈ ਬੱਚਿਓ, ਧਿਆਨ ਨਾਲ ਜਾਇਓ, ਚੰਗਾ? ਹਾਂ ਜੀ, ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋਏ ਜੀ? ਕੁਰਸੀ ਲੈ ਲਾ ਬੈਠ। ਹਾਂ, ਕੀ ਕਹਿੰਦਾ ਤੇਰਾ ਅਖਬਾਰ? ਆਹ ਦੇਖ ਲਓ ਬਾਈ ਜੀ, ਤਾਏ ਬੰਤੇ ਦੀ ਖਬਰ ਵੀ ਅਖਬਾਰ 'ਚ ਛਪ ਗਈ। ਇੱਕ ਹੋਰ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਆਤਮ ਹੱਤਿਆ। ਤੈਨੂੰ ਲੱਗਦਾ ਵੀ ਤਾਇਆ ਬੰਤਾ ਨਾ ਬਾਈ। ਆਤਮ ਹੱਤਿਆ ਕਰ ਸਕਦਾ? ਅੰਗਰੇਜ਼ਿਆਂ ਆਪਣੇ ਇਲਾਕੇ 'ਚ 5ਵੀਂ 6ਵੀਂ ਮੌਤ ਹੈ। ਇਹ ਬਹੁਤ ਹੀ ਗੰਭੀਰਤਾ ਦਾ ਵਿਸ਼ਾ ਹੈ। ਇਹਦੇ ਬਾਰੇ ਤੇ ਕੁਝ ਸੋਚਣਾ ਪਊਗਾ। ਕੱਢ ਓਏ ਮੇਰੇ ਪੈਸੇ। ਤੇਰੇ ਪੈਸੇ ਕਿੰਨੇ ਕਰ ਪਾ ਦਿੱਤਾ? ਅੱਛਾ ਹੁਣ ਤੇਰੇ ਉਹ ਲੈਣ ਮੌਕੇ ਦਾ ਬੜਾ ਜੀ ਕਰਦਾ ਸੀ। ਨਿਕਲੋ ਚਲੋ। ਓ ਬਾਈ, ਕੀ ਕਰਨਾ ਇਹਦਾ? ਓਏ ਨੂੰ ਸੱਟੋ ਬਾਹਰ ਤੇ ਕਰੋ ਘਰ ਤੇ ਕਬਜ਼ਾ। ਉਹ ਜਦੋਂ ਕਰਜ਼ਾ ਮੋੜ ਜੋਗਰੀ ਫਿਰ ਲੈਨੇ ਘਰ। ਓਏ ਚੱਲ ਬਾਹਰ ਚੱਲ। ਰੱਬ ਦਾ ਡਰ ਹੈ, ਕੋਈ ਤੇ ਘਾਟੇ ਪਾਉਂਦੇ ਆ। ਬਾਈ ਜੀ ਹੋ ਕੀ ਹੋਈ ਜਾਂਦਾ? ਲੱਗਦਾ ਬਾਈ ਤਾਏ ਕੇ ਘਰੇ ਆ। ਚਲੋ ਚਲੋ ਚਲ ਕੇ ਦੇਖੀਏ। ਚਲੋ ਬਾਈ ਚਲੋ। ਤਾਇਆ, ਇਹ ਕੀ ਹੋਈ ਜਾਂਦਾ? ਚੱਲ ਮੈਨੂੰ ਕੋਈ ਨਹੀਂ ਤਾਇਆ, ਕੋਈ ਨਹੀਂ, ਅਸੀਂ ਗੱਲ ਕਰਦੇ ਆਂ। ਆ ਜਾ ਆ ਜਾ। ਭਾਈ ਜੀ, ਸਿਆਣੇ ਬੰਦੇ ਦੀ ਤਾਂ ਕੋਈ ਸ਼ਰਮ ਕਰ ਲੋ ਯਾਰ। ਸਾਡੇ ਕੰਮ 'ਚ ਦਖਲਅੰਦਾਜ਼ੀ ਨਾ ਦੇ ਮਾਸਟਰਾ। ਦਖਲਅੰਦਾਜ਼ੀ ਵਾਲੀ ਕਿਹੜੀ ਗੱਲ ਹੈ ਬਾਈ ਜੀ? ਮੈਨੂੰ ਸਾਫ਼-ਸਾਫ਼ ਦੱਸੋ, ਗੱਲ ਕੀ ਹੈ? ਗੱਲ ਕੀ ਹੋਣੀ ਆ? ਪੈਸੇ ਲੈਣੇ ਆ ਬਾਈ, ਤੂੰ ਦੇ ਦੇ, ਚਲੇ ਜਾਂਦੇ ਆ। ਐਵੇਂ ਬੁੜਕੀ ਜਾਂਦਾ। ਪੈਸੇ ਮੈਂ ਦੇ ਦੂੰਗਾ, ਪਰ ਇਹ ਪੈਸੇ ਦੀ ਖਾਤਰ ਤੁਸੀਂ ਇਸ ਗਰੀਬ ਬਜ਼ੁਰਗ ਨੂੰ ਘਰੋਂ ਧੱਕੇ ਦੇ ਕੇ ਬਾਹਰ ਕੱਢ ਰਹੇ ਆ। ਓਏ ਥੋੜਾ ਬਹੁਤਾ ਰੱਬ ਦਾ ਡਰ ਮੰਨੋ। ਲੋਕੀ ਤਾਂ ਗਰੀਬਾਂ ਦੇ ਘਰ ਬਣਾ ਦਿੰਦੇ ਆ ਤੇ ਤੁਸੀਂ ਇਹਨਾਂ ਗਰੀਬਾਂ ਦੇ ਘਰ ਖੁਣਤੇ ਹੋਏ ਆ। ਓ ਮਾਸਟਰਾ, ਪੈਸੇ ਸਾਡੇ ਘਰੇ ਪਹੁੰਚ ਜਾਣ,
ਬਾਲੀ ਸਿੱਖਿਆ ਦੀ ਲੋੜ ਨਹੀਂ। ਪੈਸੇ ਤੁਹਾਡੇ ਘਰ ਪਹੁੰਚ ਜਾਣਗੇ। ਹੁਣ ਤੁਸੀਂ ਜਾਓ। ਚੱਲ ਤਾਇਆ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਰਦਾਰ ਜੀ, ਕੀ ਹਾਲ ਚਾਲ ਹੈ ਬਰਾੜ ਸਾਹਿਬ? ਠੀਕ ਹੈ ਜੀ। ਠੀਕ ਹੈ, ਬੜੇ ਦੇਰ ਬਾਅਦ ਦਰਸ਼ਨ ਦਿੱਤੇ ਹੈ। ਬਸ ਤੁਸੀਂ ਯਾਦ ਕੀਤਾ ਅਸੀਂ ਆ ਗਏ ਜੀ। ਵਾਹ ਜੀ ਵਾਹ, ਬੈਠੋ। ਹੋਰ ਸੁਣਾਓ, ਫਸਲਬਾੜੀ ਦਾ ਕੀ ਹਾਲ ਚਾਲ? ਬਹੁਤ ਵਧੀਆ ਜੀ, ਠੀਕ, ਨਗਰ ਖੇੜਾ ਬਹੁਤ ਵਧੀਆ ਜੀ, ਔਰ ਤੁਹਾਡੇ ਪਰਿਵਾਰ? ਬਹੁਤ ਵਧੀਆ ਜੀ। ਤੇ ਆਪਣਾ ਚੇਅਰਮੈਨ ਸਾਹਿਬ ਨਹੀਂ ਮਿਲੇ ਮੈਨੂੰ ਕੱਲ ਹੀ ਮਿਲ ਕੇ ਗਏ ਆ ਜੀ। ਠੀਕ। ਅੱਛਾ, ਠੀਕ ਠਾਕ ਨੇ? ਹਾਂਜੀ ਚਲੋ, ਜੇ ਮਿਲੇ ਮੈਂ ਵੀ ਵੈਸੇ ਕਹੂੰਗਾ ਉਹਨਾਂ ਨੂੰ ਕਿਹੋ ਕਿ ਉਹ ਮੈਨੂੰ ਮਿਲ ਕੇ ਜਾਣ। ਠੀਕ ਹੈ ਜੀ, ਹਾਂ, ਠੀਕ ਹੈ। ਮੈਸੇਜ ਲਾ ਦਾਂਗੇ ਤੁਹਾਡਾ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਖੋਸਾ ਸਾਹਿਬ? ਠੀਕ ਹੈ ਜੀ, ਠੀਕ ਹੈ। ਆਓ ਬੈਠੋ। ਜੇਕਰ ਅਸੀਂ ਬੰਦੇ ਨੇ ਇੱਥੇ ਆਉਣਾ ਸੀ ਤਾਂ ਮੈਂ ਨਾ ਲਾ, ਮੈਂ ਚੱਲਿਆ। ਨਹੀਂ ਬਰਾੜ ਸਾਹਿਬ, ਤੁਸੀਂ ਬੈਠੋ। ਤੁਹਾਨੂੰ ਕਿਸੇ ਕਾਰਨ ਹੀ ਮੈਂ ਇੱਥੇ ਬੁਲਾਇਆ ਹੈ। ਠੀਕ ਹੈ ਜੀ। ਤੁਹਾਨੂੰ ਮੇਰੇ ਤੇ ਭਰੋਸਾ ਨਹੀਂ? ਤੁਹਾਡੇ ਤੇ ਭਰੋਸਾ, ਪਰ ਇਸ ਬੰਦੇ ਤੇ ਭਰੋਸਾ ਨਹੀਂ। ਭਰੋਸੇ ਨੂੰ ਕੀ ਮੈਂ ਤੇਰਾ ਪੈਰ ਦੱਬਦਾ? ਮੰਤਰੀ ਸਾਹਿਬ, ਜੇ ਇਹਨੂੰ ਸਾਡੇ ਤੇ ਇੰਨਾ ਹੀ ਭਰੋਸਾ ਨਹੀਂ ਤਾਂ ਜਾਣ ਦਿਓ। ਖੋਸਾ ਸਾਹਿਬ, ਤੁਸੀਂ ਮੈਨੂੰ ਵੀ ਬੋਲਣ ਦਿਓਗੇ ਜਾਂ ਆਪ ਹੀ ਬੋਲੀ ਜਾਓਗੇ? ਇਸ ਲੜਾਈਆਂ ਪੜਾਈਆਂ ਦੇ ਵਿੱਚ ਕੁਝ ਨਹੀਂ ਰੱਖਿਆ। ਸਾਰੇ ਇਕੱਠੇ ਹੋ ਕੇ ਚੱਲਾਂਗੇ ਤਾਂ ਆਪੇ ਪੂਰੇ ਦੇਸ਼ ਦੇ ਉੱਤੇ ਕਬਜ਼ਾ ਕਰ ਸਕਦੇ ਹਾਂ। ਤੁਸੀਂ ਸਾਰੇ ਮੇਰੇ ਨਾਲ ਇਕੱਠੇ ਹੋ ਕੇ ਚੱਲੋ ਔਰ ਇਸ ਵਾਰ ਦਾ ਇਲੈਕਸ਼ਨ ਆਪਾਂ ਜਿੱਤਣਾ। ਆਪਾਂ ਬਰਾੜ ਸਾਹਿਬ, ਤੁਸੀਂ ਹੁਣ ਕਿਵੇਂ ਸਮਝੌਤਾ ਕਰੋਗੇ? ਇਹ ਬੁਰੇ ਕੰਮ ਛੱਡ ਦੇ, ਮੈਂ ਇਹਨੂੰ ਗਲੇ ਲਾਉਣ ਨੂੰ ਤਿਆਰ ਹਾਂ। ਬੁਰੇ ਕੰਮ ਨੂੰ ਕੀ ਦੱਸ, ਮੈਂ ਬਲੀ ਗੰਧਾਰੀ ਆ। ਤੂੰ ਮੇਰਾ ਕੀ ਮਾੜਾ ਵੇਖ ਲਿਆ? ਸਤਿ ਸ਼੍ਰੀ ਅਕਾਲ, ਮੈਂ ਚੱਲਦਾ। ਮੰਤਰੀ ਸਾਹਿਬ, ਜਿਹੜਾ ਬੰਦਾ ਆਪਣੇ ਟਾਈਪ ਦਾ ਹੀ ਨਹੀਂ, ਉਹਨੂੰ ਕਿਉਂ ਬੁਲਾਉਨੇ ਆ? ਖੋਸਾ ਸਾਹਿਬ, ਠੰਡ ਰੱਖਿਆ ਕਰ, ਠੰਡ। ਇਹ ਰਾਜਨੀਤੀ ਹੈ, ਇਹਦੇ ਵਿੱਚ ਹਰ ਤਰ੍ਹਾਂ ਦੇ ਬੰਦੇ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਹੈ। ਪਿਆਰੇ ਨਗਰ ਨਿਵਾਸੀਓ, ਸਭ ਤੋਂ ਪਹਿਲਾਂ ਸਾਰਿਆਂ ਨੂੰ ਜੀ ਆਇਆਂ। ਜਿਵੇਂ ਤੁਸੀਂ ਮੈਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ, ਇਸੇ ਤਰ੍ਹਾਂ ਅਸੀਂ ਮੰਤਰੀ ਸਾਹਿਬ ਨੂੰ ਵੋਟਾਂ ਪਾ ਕੇ ਜਿਤਾਇਆ। ਸੋ ਮੰਤਰੀ ਸਾਹਿਬ ਅੱਜ ਆਪਣੇ ਵਾਸਤੇ ਇੱਕ ਪ੍ਰੋਜੈਕਟ ਲੈ ਕੇ ਆਏ ਹੈ। ਆਪਣੇ ਪਿੰਡ ਵਿੱਚ ਇਹਨਾਂ ਨੇ ਪ੍ਰੋਜੈਕਟ ਲਾਉਣਾ ਹੈ ਤੇ ਮੰਤਰੀ ਸਾਹਿਬ ਨੇ ਮੈਨੂੰ ਕਿਹਾ ਕਿ ਪਿੰਡ ਵਾਲਿਆਂ ਨੂੰ ਰਾਜੀ ਕਰੋ, ਉਹਨਾਂ ਨੂੰ ਦੱਸੋ ਕਿ ਇਹ ਪ੍ਰੋਜੈਕਟ ਕੀ ਹੈ। ਪਰ ਮੈਂ ਕਿਹਾ ਨਹੀਂ ਜੀ ਨਹੀਂ, ਮੈਂ ਇਹ ਫੈਸਲਾ ਇਕੱਲੇ ਤੌਰ ਤੇ ਨਹੀਂ ਲੈ ਸਕਦਾ। ਜੇ ਪਿੰਡ ਵਾਲਿਆਂ ਦੀ ਹਾਂ ਹੈ ਤਾਂ ਮੇਰੀ ਹਾਂ ਹੈ, ਤੇ ਜੇ ਪਿੰਡ ਵਾਲਿਆਂ ਦੀ ਨਾ ਹੈ ਤਾਂ ਮੇਰੇ ਵੱਲੋਂ ਪਹਿਲਾ ਨਾ ਹੈ। ਤੁਸੀਂ ਮੰਤਰੀ ਸਾਹਿਬ ਦੀ ਪ੍ਰਪੋਜ਼ਲ ਸੁਣ ਲਓ। ਜੇ ਤੁਹਾਨੂੰ ਉਹ ਪ੍ਰਪੋਜ਼ਲ ਠੀਕ ਲੱਗਦੀ ਹੈ ਤਾਂ ਤੁਸੀਂ ਇਹਨਾਂ ਨੂੰ ਹਾਂ ਕਹਿ ਦੇਣੀ ਹੈ, ਤੇ ਨਹੀਂ ਤਾਂ ਮੇਰੇ ਵੱਲੋਂ ਕੀ ਤੁਸੀਂ ਆਪਦੇ ਵੱਲੋਂ ਨਾ ਕਹਿ ਦੇਣੀ ਹੈ। ਕਿਉਂ ਮੰਤਰੀ ਸਾਹਿਬ, ਠੀਕ ਹੈ ਨਾ ਮੇਰੀ ਗੱਲ? ਹਾਂ, ਆਜੋ ਜੀ ਮੰਤਰੀ ਸਾਹਿਬ, ਲਓ ਸੁਣੋ ਇਹਨਾਂ ਦੇ ਵਿਚਾਰ। ਸਭ ਤੋਂ ਪਹਿਲਾਂ ਮੈਂ ਗ੍ਰਾਮ ਪੰਚਾਇਤ ਸਰਪੰਚ ਔਰ ਪਿੰਡ ਦੇ ਜੋ ਮੁਖੀਏ ਨੇ, ਪਿੰਡ ਵਾਸੀ ਨੇ, ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਉਹਨਾਂ ਨੂੰ ਜੀ ਆਏ ਕਹਿਣਾ ਆਪਦੇ ਵੱਲੋਂ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਹੋ। ਮੇਰਾ ਤੁਹਾਡੇ ਪਿੰਡ ਦੇ ਵਿੱਚ ਆਉਣ ਦਾ ਇਹੀ ਕਾਰਨ ਹੈ ਕਿ ਅਸੀਂ ਇੱਕ ਤੁਹਾਡੇ ਪਿੰਡ ਵਾਸਤੇ ਬਹੁਤ ਵੱਡਾ ਪ੍ਰੋਜੈਕਟ ਲਾ ਰਹੇ ਹਾਂ, ਜਿਸ ਦੇ ਵਿੱਚ ਕੈਮੀਕਲ ਫੈਕਟਰੀ ਲਗਾਈ ਜਾ ਰਹੀ ਹੈ। ਉਸ ਦੇ ਵਿੱਚ ਲਗਭਗ 1500 ਮੁੰਡੇ ਉੱਥੇ ਕੁੜੀਆਂ ਕੰਮ ਕਰਨਗੇ ਔਰ ਤੁਹਾਡੇ ਪਿੰਡ ਦੇ ਬੱਚਿਆਂ ਨੂੰ ਰੁਜ਼ਗਾਰ ਮਿਲੂਗਾ। ਔਰ ਇਸ ਵਾਸਤੇ ਮੈਨੂੰ ਲਗਭਗ 150 ਕਿੱਲਾ ਜ਼ਮੀਨ ਚਾਹੀਦੀ ਹੈ। ਔਰ ਮੈਂ ਕਹਿਣਾ, ਜੇਕਰ ਪਿੰਡਾਂ ਦੇ ਵਿੱਚ ਇਹ ਇੰਡਸਟਰੀ ਲੱਗੇ ਤਾਂ ਪਿੰਡਾਂ ਦਾ ਵਿਕਾਸ ਹੋ ਸਕਦਾ ਹੈ। ਮੈਂ ਮਾਨਯੋਗ ਸਰਪੰਚ ਸਾਹਿਬ, ਗ੍ਰਾਮ ਪੰਚਾਇਤ
ਪਿੰਡ ਵਾਸੀਆਂ ਨੂੰ ਇਹੀ ਨਿਵੇਦਨ ਕਰਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਬੱਚਿਆਂ ਨੂੰ ਇੱਥੇ ਰੁਜ਼ਗਾਰ ਮਿਲੂਗਾ ਔਰ ਉਸ ਦੇ ਨਾਲ ਪਿੰਡ ਦੀ ਸੁਵਿਧਾ ਵਾਸਤੇ ਅਸੀਂ ਇੱਕ ਇਹੋ ਜਿਹਾ ਕੇਂਦਰ ਖੋਲ੍ਹ ਰਹੇ ਹਾਂ ਜਿਸ ਦੇ ਵਿੱਚ ਬੱਚਿਆਂ ਨੂੰ ਬਾਹਰਲੇ ਦੇਸ਼ਾਂ ਦੇ ਜਾਣ ਵਾਸਤੇ ਪੜ੍ਹਾਈ ਫ੍ਰੀ ਕਰਾਈ ਜਾਊਗੀ ਔਰ ਪਿੰਡ ਦੇ ਵਿਕਾਸ ਵਾਸਤੇ ਫੈਕਟਰੀ ਲੱਗਣ ਤੇ ਮੈਂ 1 ਕਰੋੜ ਰੁਪਈਆ ਤੁਹਾਡੀ ਪਿੰਡ ਦੇ ਵਿਕਾਸ ਵਾਸਤੇ ਦੇਵਾਂਗਾ। ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਜੋ ਕਿ ਇਸ ਦੇ ਪਿੰਡ ਦੇ ਵਾਸੀ ਹੋ, ਇਹ ਮੇਰਾ ਆਪਦਾ ਪਿੰਡ ਹੈ, ਮੇਰਾ ਆਪਦਾ ਹਲਕਾ ਹੈ। ਮੈਂ ਤੁਹਾਡੇ ਇਸ ਦਾ ਹਲਕੇ ਦੇ ਵਿੱਚ ਹੀ ਮੰਤਰੀ ਬਣ ਕੇ ਗਿਆ। ਆਪਣੀ ਸਰਕਾਰ ਵੱਲੋਂ ਤੁਹਾਡੇ ਪਿੰਡ ਦੀ ਤਹਿ ਦਿਲੋਂ ਤਨ ਮਨ ਧਨ ਨਾਲ ਤੁਹਾਡੀ ਸੇਵਾ ਕਰੂੰਗਾ ਔਰ ਮੈਨੂੰ ਉਮੀਦ ਹੈ ਕਿ ਇਸ ਫੈਕਟਰੀ ਲਾਉਣ ਵਾਸਤੇ ਬੱਚਿਆਂ ਨੂੰ ਰੁਜ਼ਗਾਰ ਦਿਵਾਉਣ ਵਾਸਤੇ ਤੁਸੀਂ ਮੇਰੇ ਸਾਥ ਖੜੇ ਹੋ। ਇਹ ਮੇਰੇ ਨਾਲ ਮੇਰਾ ਬੇਟਾ ਹੈ, ਇਹਦੇ ਨਾਲ ਤੇ ਪ੍ਰੋਜੈਕਟ ਹੋਊਗਾ। ਜਿਸ ਤਰ੍ਹਾਂ ਤੁਸੀਂ ਮੇਰੀ ਵੋਟਾਂ ਦੇ ਵਿੱਚ ਮਦਦ ਕਰਦੇ ਆਏ ਹੋ ਉਸੇ ਤਰ੍ਹਾਂ ਹੀ ਮੇਰੀ ਮਦਦ ਕਰਦਾ ਰਹਿਣਾ। ਅਗਲੇ ਪਲਾਨ ਦੇ ਵਿੱਚ ਤੁਹਾਡੇ ਪਿੰਡ ਦੀ ਜੋ ਸਰਪੰਚ ਹੈ, ਮਾਨਯੋਗ ਸਰਪੰਚ ਸਾਹਿਬ, ਇਹਨਾਂ ਨੂੰ ਮੈਂ ਚੇਅਰਮੈਨ ਬਣਾ ਦੂੰਗਾ। ਚੇਅਰਮੈਨੀ ਵੀ ਤੁਹਾਡੇ ਪਿੰਡ ਕੋਲੇ ਹੋਵੇਗੀ। ਉਮੀਦ ਕਰਦਾ ਕਿ ਤੁਸੀਂ ਸਰਪੰਚ ਦੇ ਕਹੇ ਔਰ ਮੇਰੇ ਕਹੇ ਤੋਂ ਪਿੰਡ ਦੇ ਵਿੱਚ ਇਹ ਪ੍ਰੋਜੈਕਟ ਲਾਉਣ ਦੀ ਆਗਿਆ ਦਿਓਗੇ। ਤਾੜੀਆਂ ਮਾਰ। ਪੁੱਛਾਂ ਹੱਕ ਬਣਦਾ ਆਪਣਾ ਪੁੱਛਣ ਦਾ। ਪੁੱਛਾਂ ਇਹ ਮੰਤਰੀ ਸਾਹਿਬ, ਹਾਂਜੀ, ਐਸੀ ਕਿਹੜੀ ਫੈਕਟਰੀ ਲਾ ਰਹੇ ਹੋ ਤੁਸੀਂ ਜਿਹਦੀ ਖਾਤਰ ਤੁਹਾਨੂੰ 150 ਕਿੱਲੇ ਜ਼ਮੀਨ ਦੀ ਲੋੜ ਪੈਗੀ? ਜਿਸ ਤਰ੍ਹਾਂ ਪੰਜਾਬ ਦੇ ਵਿੱਚ ਰਾਮਾ ਮੰਡੀ ਰਿਫਾਈਨਰੀ ਲੱਗੀ ਹੋਈ ਆ ਤੇਲ ਦੀ, ਇਸੇ ਤਰ੍ਹਾਂ ਹੀ ਫੈਕਟਰੀ ਆ ਉੱਥੇ ਤੇਲ ਸੋਧਤ ਕਾਰਖਾਨਾ, ਇਸੇ ਤਰ੍ਹਾਂ ਹੀ ਫੈਕਟਰੀ ਆ। ਇਹਦੇ 'ਚ ਹੋਰ ਕੈਮੀਕਲ ਚੀਜ਼ਾਂ, ਲੱਖਾਂ ਤਰ੍ਹਾਂ ਦੀਆਂ ਚੀਜ਼ਾਂ ਬਣਦੀਆਂ। ਉਹਦੇ ਵਿੱਚੋਂ ਜਿਸ ਤਰ੍ਹਾਂ ਅਸੀਂ ਬਾਹਰੋਂ ਸਮਾਨ ਮੰਗਾਉਂਦੇ ਆ ਦੂਜੇ ਰਾਜਾਂ ਦੇ ਵਿੱਚੋਂ ਬਹੁਤ ਮਹਿੰਗਾ ਪੈਂਦਾ। ਜਿੱਥੇ ਤੁਹਾਡੇ ਪਿੰਡ ਵਿੱਚੋਂ ਇਹ ਸਮਾਨ ਮਿਲੂ ਤੁਹਾਨੂੰ ਅੱਧੇ ਮੁੱਲ ਦੇ ਵਿੱਚ ਹੀ ਮਿਲਿਆ ਕਰੂਗਾ। ਫਿਰ ਜੋ ਜ਼ਮੀਨ ਹੈ, ਜ਼ਮੀਨ ਵੀ ਅਸੀਂ ਦੁੱਗਣੇ ਰੇਟ ਦੇ ਵਿੱਚ ਜ਼ਮੀਨ ਦੇ ਅਸੀਂ ਪੈਸੇ ਦੇਵਾਂਗੇ। ਇੱਕ ਮਿੰਟ, ਮੈਂ ਤੁਹਾਡੀ ਗੱਲ ਟੋਕਦਾ ਹਾਂ। ਰਾਮਾ ਮੰਡੀ ਦੇ ਵਿੱਚ ਤੁਸੀਂ ਦੇਖਿਆ ਕੀ ਕੁਝ ਹੋ ਰਿਹਾ? ਉਹ ਸਰਕਾਰ ਨੇ ਉਹਨਾਂ ਦੀਆਂ ਜ਼ਮੀਨਾਂ ਦਾ ਰੇਟ ਦੇ ਕੀ ਗੱਲ ਕੀਤੀ ਸੀ, ਮਗਰੋਂ ਕੀ ਦਿੱਤਾ ਉਹਨਾਂ ਨੇ? ਉਹ ਦੁਖੀ ਹੋ ਗਏ ਲੋਕ। ਮੰਤਰੀ ਸਾਹਿਬ, ਸਾਰੇ ਲੋਕ ਦੁਖੀ ਆ ਰਾਮਾ ਮੰਡੀ ਵਾਲੇ। ਇਹ ਤੁਸੀਂ ਕਹਿੰਦੇ ਹੋ ਇੱਕ ਆਦਮੀ ਕਹਿੰਦਾ, ਬਾਕੀ ਪਿੰਡ ਦਾ ਕੋਈ ਆਦਮੀ ਨਹੀਂ ਕਹਿੰਦਾ। ਉੱਥੇ ਵੀ ਮੁਆਵਜ਼ਾ, ਜਿੱਥੇ ਵੀ ਕੋਈ ਫੈਕਟਰੀ ਲੱਗਦੀ ਹੈ ਕਿਸਾਨਾਂ ਨੂੰ 4-4 ਵਾਰੀ ਮੁਆਵਜ਼ਾ ਦਿੱਤਾ ਜਾਂਦਾ ਹੈ। ਮੰਤਰੀ ਸਾਹਿਬ ਕਹੂ ਤਾਂ ਉਹੀ ਜਿਹਨੂੰ ਕੁਝ ਪਤਾ ਹੋ। ਇਹਨਾਂ ਭੋਲੇ ਲੋਕਾਂ ਨੂੰ ਕੀ ਪਤਾ? ਇਹ ਤਾਂ ਤੁਹਾਡੇ ਵਰਗਿਆਂ ਦੇ ਮਗਰ ਲੱਗ ਜਾਂਦੇ ਆ, ਭਾਸ਼ਣ ਸੁਣ ਲੈਂਦੇ ਆ। ਮੈਂ ਕੋਈ ਗੱਲ ਗਲਤ ਨਹੀਂ ਕਹਿੰਦਾ। ਤੁਹਾਡੇ ਇੱਥੋਂ ਦੇ ਚੁਣਿਆ ਹੋਇਆ ਇੱਕ ਨੁਮਾਇੰਦਾ। ਨਹੀਂ, ਉਹ ਗੱਲ ਸਾਡੀ ਸਹੀ ਹੈ, ਅਸੀਂ ਚੁਣਿਆ ਤੇ, ਪਰ ਸਾਡੇ ਵਾਸਤੇ ਤੁਸੀਂ ਕੁਝ ਵਧੀਆ ਲੈ ਕੇ ਆਓ ਨਾ। ਇਹ ਜ਼ਮੀਨਾਂ ਹੀ ਤਾਂ ਮੰਨ ਲਾ ਇੱਕ ਚੀਜ਼ ਹੈ ਜਿਹਦੇ ਤੇ ਸਾਰੇ ਸਾਡਾ ਢਿੱਡ ਭਰਦਾ ਔਰ ਉਸ ਦੇ ਦੁੱਗਣੀ ਜ਼ਮੀਨ ਵੀ ਕਿਤੇ ਹੋਰ ਲੈ ਕੇ ਤੁਸੀਂ ਬਣਾ ਸਕਦੇ ਹੋ। ਇੱਥੇ ਸਾਰੇ ਘਰ ਦੇ ਇੱਕ ਬੱਚੇ ਨੂੰ ਰੁਜ਼ਗਾਰ ਦੇਵਾਂਗੇ ਅਸੀਂ ਬੰਦਿਆਂ ਨੂੰ। ਮੰਤਰੀ ਸਾਹਿਬ ਬਿਲਕੁਲ ਨਹੀਂ। ਦੇਖੋ ਸਾਡੇ ਕੋਲੇ ਹੋਰ ਕੋਈ ਕਿੱਤਾ ਵੀ ਨਹੀਂ, ਸਾਨੂੰ ਹੋਰ ਕਿਤੇ ਕੌਣ ਜ਼ਮੀਨ ਦੇ ਦੂਗਾ? ਜੇ ਤੁਸੀਂ ਸਾਨੂੰ ਡਬਲ ਰੇਟ ਦਿਓਗੇ, ਅਸੀਂ ਕਿਤੇ ਹੋਰ ਖਰੀਦਾਂਗੇ ਤਾਂ ਉਹ ਸਾਨੂੰ ਉਸੇ ਰੇਟ 'ਚ ਕਿਉਂ? ਉਹ ਸਾਨੂੰ ਹੋਰ ਜ਼ਿਆਦਾ ਡਬਲ ਰੇਟ ਮੰਗੂਗਾ। ਅਸੀਂ ਤਾਂ ਇੱਧਰੋਂ ਵੀ ਜਾਵਾਂਗੇ ਤੇ ਉੱਧਰੋਂ ਵੀ ਜਾਵਾਂਗੇ। ਦੇਖੋ, ਇਕੱਲਾ ਇੱਕ ਪਿੰਡ ਦੇ ਵਿੱਚੋਂ ਕਾਫੀ ਬੰਦੇ ਤਿਆਰ ਹੁੰਦੇ ਆ ਕੋਈ ਨਾ ਕੋਈ ਕੰਮ ਕਰਨ ਨੂੰ, ਲੇਕਿਨ ਉਹਦੇ ਵਿੱਚੋਂ 2-4 ਆਦਮੀ ਇਹੋ ਜਿਹੇ ਹੁੰਦੇ ਆ ਜਿਹੜੇ ਕਿ ਉਹ ਪਿੰਡ ਦਾ ਵਿਕਾਸ ਨਹੀਂ ਹੋਣ ਦਿੰਦੇ। ਇਹ ਮੰਤਰੀ ਸਾਹਿਬ ਇਸੇ ਤਰ੍ਹਾਂ ਹੀ ਜੋ ਵੀ ਪ੍ਰੋਜੈਕਟ ਲੱਗਦਾ, ਕੋਈ ਵੀ ਕਿਸੇ ਕਹਿੰਦੇ ਹੁੰਦੇ ਆ, ਕਿਸੇ ਨੂੰ ਮਾਂ ਵਾਦੀ, ਕਿਸੇ ਨੂੰ ਸਵਾਦੀ। ਜੇ ਦੁੱਗਣੇ ਪੈਸੇ ਮਿਲਦੇ ਆ, ਦੁੱਗਣੀ ਜ਼ਮੀਨ ਬਣਦੀ ਆ, ਉਹਦੇ ਨੁਕਸਾਨ ਕੀ ਆ ਕਿਸਾਨਾਂ ਦਾ? ਠੀਕ ਆ ਮੰਤਰੀ ਸਾਹਿਬ, ਤੁਸੀਂ ਜੋ ਮਰਜ਼ੀ ਕਰੋ। ਚਲੋ ਠੀਕ ਹੈ ਮੰਤਰੀ ਸਾਹਿਬ, ਤੁਸੀਂ ਕਹਿ ਰਹੇ ਆ ਵੀ ਅਸੀਂ ਨੁਕਸਾਨ ਕਰ ਰਹੇ ਹਾਂ, ਪਰ ਅਸੀਂ ਆਪਦੇ ਪੂਰੇ ਪਿੰਡ ਦੇ ਲੋਕ ਮਿਲ ਕੇ ਇੱਕ ਵਾਰੀ ਸੋਚਾਂਗੇ, ਫਿਰ ਹੀ ਤੁਹਾਨੂੰ ਕੁਝ ਦੱਸਾਂਗੇ। ਬਾਕੀ ਤੁਹਾਡੇ ਆਪਦੇ ਸਰਬਸੰਮਤੀ ਨਾਲ ਚੁਣੇ ਹੋਏ ਸਰਪੰਚ ਸਾਹਿਬ ਨੇ ਸਾਡੇ ਨਾਲ ਨੇ। ਅੱਗੇ ਉਹਨੂੰ ਅਸੀਂ ਚੇਅਰਮੈਨ ਵੀ ਬਣਾਵਾਂਗੇ। ਤੁਹਾਨੂੰ ਕਿਹਾ ਪਿੰਡ ਦਾ ਵਿਕਾਸ ਵੀ ਕਰਾਂਗੇ, ਵਧੀਆ ਤੋਂ ਵਧੀਆ। ਇੱਥੇ ਦੂਜੇ ਸਮਾਜ ਭਲਾਈ ਦੇ ਪ੍ਰੋਜੈਕਟ ਵੀ ਅਸੀਂ ਲਿਆ ਕੇ ਦੇਵਾਂਗੇ। ਤੁਸੀਂ ਸਾਰੇ ਪਿੰਡ ਦੇ ਆਪਦੇ ਘਰਾਂ ਦੇ ਵਿੱਚ ਰਾਏ ਕਰ ਲਿਓ। ਜੇ ਤੁਸੀਂ ਸਹਿਮਤੀ ਕਰਦੇ ਹੋ ਤਾਂ ਤੁਹਾਡੇ ਇਹ ਮੈਂ ਪ੍ਰੋਜੈਕਟ ਜ਼ਰੂਰ ਲਵਾ ਦੂੰਗਾ। ਤੁਹਾਡੇ ਫਾਇਦੇ ਵਾਸਤੇ ਮੈਂ ਸਾਰਾ ਕੁਝ ਕਰ ਰਿਹਾ। ਕੋਈ ਗੱਲ ਨਹੀਂ ਮੰਤਰੀ ਸਾਹਿਬ, ਅਸੀਂ ਸਾਰਾ ਪਿੰਡ ਰਾਏ ਕਰਾਂਗੇ। ਉਹ ਜਰਨੈਲ ਸਿੰਘ, ਜਦੋਂ ਪਿੰਡ ਦੇ ਰਾਜੀ ਆ, ਤੈਨੂੰ ਕੀ ਤਕਲੀਫ ਆ? ਬਾਈ ਜੀ ਤੁਸੀਂ ਚੁੱਪ ਰਹੋ, ਅਸੀਂ ਗੱਲ ਕਰ ਰਹੇ ਹਾਂ। ਮੈਨੂੰ ਨਹੀਂ ਦਿੱਕਤ, ਨਾ ਸਾਰਿਆਂ ਨੂੰ ਹੋ ਜਾਣੀ ਹੈ। ਅੱਖਾਂ ਦਿਖਾਉਣ ਦੀ ਲੋੜ ਨਹੀਂ। ਇੱਥੇ ਹਰ ਬੰਦਾ ਆਜ਼ਾਦ ਹੈ, ਕੋਈ ਵੀ ਗੱਲ ਕਰ ਸਕਦਾ। ਅੱਖਾਂ ਵਾਲੀ ਇਹਦੇ 'ਚ ਕਿਹੜੀ ਗੱਲ ਹੈ? ਜਰਨੈਲ ਸਾਹਿਬ ਬੈਠਾ ਨਾ, ਬਾਕੀ ਆਪਾਂ ਬੈਠ ਕੇ ਕਰ ਲਾਂਗੇ ਗੱਲ ਸਾਰੀ। ਚਲੋ ਠੀਕ ਹੈ ਸਰਪੰਚ ਸਾਹਿਬ, ਦੇਖਦੇ ਹਾਂ, ਚੱਲਦੇ ਹਾਂ ਫਿਰ ਅਸੀਂ।
ਨਾ ਤੁਸੀਂ ਨੂਰ ਨੂੰ ਛੱਡਣ ਗਏ ਇੰਨਾ ਟਾਈਮ ਲਾਇਆ ਏ? ਉਹ ਉੱਥੇ ਸਾਥ 'ਚ ਕੱਟ ਜਾ ਕੀਤਾ ਈ। ਕਾਹਦਾ ਕੱਟ ਕੀਤਾ ਸੀ? ਉਹ ਮੰਤਰੀ ਆਇਆ ਸੀ ਉੱਥੇ। ਹੈ ਮੰਤਰੀ ਕੀ ਲੈਣ ਆਇਆ ਸੀ? ਉਹ ਬਸ ਸਾਡੀਆਂ ਜ਼ਮੀਨਾਂ ਖੋਹਣ ਨੂੰ ਫਿਰਦੇ ਆ। ਫਿਰ ਸਾਡੇ ਪੱਲੇ ਕੀ ਰਹਿ ਜਾਊਗਾ ਜੇ ਸਾਡੀਆਂ ਜ਼ਮੀਨਾਂ ਹੀ ਲੈ ਗਏ ਤਾਂ? ਅਸੀਂ ਕੀ ਕਰਾਂਗੇ? ਤੁਸੀਂ ਕਰੋ ਕੁਛ। ਇਉਂ ਥੋੜਾ ਜ਼ਮੀਨਾਂ ਲਿਜਾਣ ਦੇ ਦਿਆਂਗੇ। ਕੋਈ ਗੱਲ ਨਹੀਂ, ਆਪਾਂ ਜ਼ੋਰ ਪੂਰਾ ਲਾਵਾਂਗੇ। ਬਾਕੀ ਆਪਾਂ ਪਿੰਡ ਵਾਲਿਆਂ ਨੂੰ ਜਾ ਕੇ ਸਮਝਾਵਾਂਗੇ ਨਾ। ਆਪਣੇ ਸੇਮੇ ਵਰਗੇ ਮੁੰਡੇ ਸਾਰੇ ਸੀਗੇ, ਮਨਾ ਹੀ ਕਰਤਾ ਉਹਨਾਂ ਨੇ। ਉਹਦੇ ਵੀ ਇਹੀ ਜ਼ਮੀਨ ਨਹੀਂ ਦੇਣੀ ਆਪਦੀ, ਮਨਾ ਕਰਕੇ ਆਉਂਦਾ ਢਿੱਲਾ ਜਿਹਾ ਮੂੰਹ ਕਰਕੇ ਉੱਠ ਗਿਆ। ਪਰ ਵੀ ਕੁਛ ਬੰਦੇ ਮੈਨੂੰ ਵਿੱਚੋਂ ਲੱਗ ਰਹੇ ਸੀ ਜਿਵੇਂ ਵੀ ਉਹਦੀਆਂ ਗੱਲਾਂ 'ਚ ਜ਼ਿਆਦਾ ਹੀ ਰੁੱਝ ਜੇ ਗਏ ਸੀ। ਪਰ ਮੈਂ ਨਹੀਂ ਹੋਣ ਦੇਵਾਂਗਾ ਇਸ ਤਰ੍ਹਾਂ। ਅਸੀਂ ਪੂਰਾ ਜ਼ੋਰ ਲਾਵਾਂਗੇ। ਜੇ ਜ਼ਮੀਨ ਦੇ ਬੈਠੇ ਨਾ ਤੇ ਜਮਾਂ ਹੀ ਪੱਟੇ ਜਾਵਾਂਗੇ। ਉਹ ਸਾਡੀਆਂ ਜ਼ਮੀਨਾਂ ਲੈ ਕੇ ਕਰਨਗੇ ਕੀ? ਫੈਕਟਰੀ ਲਾਉਣ ਨੂੰ ਫਿਰਦਾ, ਉਹ ਵੀ ਕੈਮੀਕਲ ਫੈਕਟਰੀ। ਕੈਮੀਕਲ ਫੈਕਟਰੀ? ਉਹ ਤਾਂ ਜਮਾਂ ਹੀ ਨਿਰਾ ਬਿਮਾਰੀਆਂ ਦਾ ਘਰ ਆ। ਇਹਦਾ ਮਤਲਬ ਕਿ ਇਹ ਸਾਡੇ ਸਾਰੇ ਪਿੰਡ ਨੂੰ ਮਾਰੂਗਾ? ਕੱਲਾ ਆਪਣਾ ਪਿੰਡ ਹੀ ਨਹੀਂ, ਨਾਲ ਦੇ ਪਿੰਡ ਵੀ ਮਾਰੇ ਜਾਣਗੇ। ਪਰ ਆਪਾਂ ਫੈਕਟਰੀ ਲੱਗਣ ਨਹੀਂ ਦੇਣੀ। ਮੈਂ ਜਾਊਂਗਾ, ਪੂਰੇ ਪਿੰਡ ਵਾਲਿਆਂ ਨੂੰ ਸਮਝਾਊਂਗਾ ਇਹਦੇ ਬਾਰੇ। ਤੁਸੀਂ ਇੱਕ ਮੁੱਠ ਹੋ ਕੇ ਸਾਰੇ ਜਾਣੇ ਇਹਦੇ ਲਈ ਕੁਛ ਨਾ ਕੁਛ ਜ਼ਰੂਰ ਕਰੋ, ਨਹੀਂ ਤਾਂ ਬਹੁਤ ਔਖਾ ਹੋ ਜਾਊਗਾ। ਨਹੀਂ ਨਹੀਂ, ਇਹ ਤੋਂ ਪਹਿਲਾਂ ਉਹ ਆਪਣੀ ਕੋਈ ਚਾਲ ਚੱਲੇ, ਮੈਂ ਪੂਰੇ ਪਿੰਡ ਨੂੰ ਜਾਗਰਿਤ ਕਰੂੰਗਾ। ਆ ਸੋਹਣੀ ਆ ਓਏ। ਉਹ ਭਤੀਜ ਕੱਲੀਆਂ ਫੋਟੋ ਹੀ ਵੇਖੀ ਜਾਏਗਾ ਕਿ ਸਾਡੇ ਕੋਈ ਮਤਲਬ ਦੀ ਗੱਲ ਦੱਸੇਗਾ ਕੋਈ? ਖੜ ਜਾ ਬਾਪੂ, ਪਹਿਲਾਂ ਵੇਖਤਾ ਲੈ। ਇਹ ਪਤਾ ਕੌਣ ਆ ਕੁੜੀ? ਇਹ ਐਕਟਰ ਨਹੀਂ ਆ, ਬੰਬੇ ਦੀ ਐਕਟਰ ਨਹੀਂ। 1.5 ਕਰੋੜ ਰੁਪਇਆ ਲੈਂਦੀ ਇੱਕ ਫਿਲਮ ਦਾ। ਆਹੋ ਵੇਖਿਆ ਕਦੇ 1.5 ਕਰੋੜ? ਉਹ 1.5 ਕਰੋੜ ਦਾ ਨਹੀਂ ਵੇਖਿਆ। ਅਸੀਂ ਤਾਂ ਫਸਲਾਂ ਦੇ ਭਾਅ ਸਾਨੂੰ ਦੱਸ। ਅਸੀਂ ਇਹ ਤਾਂ ਕੋਈ ਚੰਡੀਆਂ ਲੈਣੀਆਂ। ਠੀਕ ਹੈ ਜੀ। 1.5 ਕਰੋੜ ਤਾਂ ਮੈਂ ਵੀ ਨਹੀਂ ਵੇਖਿਆ। ਆਹੋ ਤੁਸੀਂ ਪਿੰਡਾਂ ਨੇ ਕਿੱਥੋਂ ਵੇਖਿਆ? ਉਹ ਦੱਸ ਖਾਦ ਨਾ ਫਸਲਾਂ ਦੇ। ਹਾਂ ਲੈ ਮੈਂ ਸੁਣਾਉਣਾ ਹੁਣ। ਇਹ ਤੇਲ ਵੇਖ ਲਾ, ਪੈਟਰੋਲ 100 ਰੁਪਏ ਲੀਟਰ ਨੂੰ ਪਹੁੰਚ ਗਿਆ। ਬਹੁਤ ਮਹਿੰਗਾ। ਇੰਨਾ ਮਹਿੰਗਾ? ਫਿਰ ਕੀ ਹੁੰਦਾ? ਮੈਨੂੰ ਤਾਂ ਕੋਈ ਫਰਕ ਨਹੀਂ ਪੈਣਾ। ਫਰਕ ਕਿਉਂ ਨਹੀਂ ਪੈਣਾ? ਮੇਰੇ ਕੋਲ ਕਿਹੜਾ ਕੋਈ ਸਾਧਨ ਆ? ਮੈਂ ਤਾਂ ਸਾਈਕਲ ਤੇ ਜਾਂਦਾ ਹੁੰਦਾ। ਤੇ ਫਿਰ ਗਾਹਾਂ ਚਲੋ ਜੀ, ਗਾਹਾਂ ਚਲੋ। ਗਾਹਾਂ ਲੈ ਆ ਚੱਕੋ ਯੂਰੀਆ ਰੇ ਦਾ ਵੀ 200 ਰੁਪਏ ਚੱਕਦਾ ਰੇਟ। ਮੈਨੂੰ ਫੇਰ ਵੀ ਫਰਕ ਨਹੀਂ ਪੈਣਾ। ਮਹਿੰਗਾਈ ਵਧੀ ਜਾਂਦੀ ਹੈ ਜੀ, ਬਹੁਤ ਜ਼ਿਆਦਾ। ਜਿੰਨੀ ਮਰਜ਼ੀ ਬਾਅਦ ਚ ਮੈਨੂੰ ਫਰਕ ਨਹੀਂ ਪੈਣਾ। ਤੈਨੂੰ ਕਿਉਂ ਨਹੀਂ ਫਰਕ ਪੈਣਾ? ਮੇਰੇ ਕੋਲ ਕਿਸਾਨਾਂ ਨੂੰ ਤਾਂ ਫਰਕ ਪੈਂਦਾ ਨਾ। ਜੇ ਮੈਨੂੰ ਫਰਕ ਨਹੀਂ ਪੈਂਦਾ, ਮੇਰੇ ਕੋਲ ਕਾ ਜ਼ਮੀਨ ਆ। ਯਾਰ ਬਹੁਤ ਮਾੜੀ ਗੱਲ। ਸਿਲੰਡਰ ਹੋ ਗਿਆ 850 ਦਾ। ਮਾਰਨਗੇ ਤਾਂ ਕੱਚੀਆਂ ਪਿੰਨੀਆਂ ਖਾਣੀਆਂ ਪੈਣਗੀਆਂ। ਹੁਣ ਤਾਂ ਰੇੜੀਆਂ ਵੀ ਨਹੀਂ ਖਾਣੀਆਂ ਪੈਣੀਆਂ। ਆਪਾਂ ਨੂੰ ਵੀ ਨਹੀਂ ਫਰਕ ਪੈਣਾ, ਚੋਰੀ ਕਰਕੇ ਲੈ ਕੇ ਆਉਣਾ। ਅੱਛਾ ਜੀ, ਤੂੰ ਤਾਂ ਚੋਰੀ ਕਰਕੇ ਜਿਹਨਾਂ ਨੇ ਮੁੱਲ ਲੈਣਾ ਉਹਨਾਂ ਨੂੰ ਔਖਾ ਹੈ। ਆ ਲੈ ਫੈਕਟਰੀ ਵਾਲੀ ਖਬਰ ਵੀ ਲੱਗ ਗਈ ਆਪਣੇ ਪਿੰਡ ਵਾਲੀ। ਤਾਂ ਤੁਹਾਨੂੰ ਪਤਾ ਫੈਕਟਰੀ ਲੱਗਣ ਵਾਲਾ? ਆਪਣੇ ਪਿੰਡ ਫੈਕਟਰੀ ਲੱਗਣੀ ਆ। ਨਹੀਂ ਪਤਾ। ਉਹ ਤਾਂ ਨਿਰੀ ਜ਼ਹਿਰ ਹੀ ਆ, ਕੈਮੀਕਲ ਆ। ਉਹ ਤਾਂ ਨੁਕਸਾਨ ਬਹੁਤ ਕਰ ਦੂਗਾ ਬਈ। ਓ ਬਾਪੂ ਤੂੰ ਪੂਰਾ ਅਸਲ 'ਚ ਗੱਲ ਹੀ ਨਹੀਂ ਸੁਣੀ ਉਹਨਾਂ ਦੀ। ਉਹ ਫਾਇਦਾ ਲੱਗਣ ਦੇ ਨਾਲ ਆਪਣੇ ਪਿੰਡ ਦਾ ਫਾਇਦਾ ਬਹੁਤ ਹੋ ਜੂ। ਮੇਰੀ ਗੱਲ ਸੁਣ, ਜਦੋਂ ਫੈਕਟਰੀ ਲੱਗ ਗਈ ਆਪਣੇ ਪਿੰਡ ਦੇ ਕਿੰਨੇ ਮੁੰਡੇ ਆ, ਉਹਨਾਂ ਨੂੰ ਰੁਜ਼ਗਾਰ ਮਿਲੂ। ਨਾਲ ਆਸੇ-ਪਾਸੇ ਪਿੰਡਾਂ ਵਾਲੇ ਸੀਸਾ ਦੇਣਗੇ, ਉਹਨਾਂ ਦੇ ਮੁੰਡਿਆਂ ਨੂੰ ਰੁਜ਼ਗਾਰ ਮਿਲੂ। ਆਪਣੇ ਪਿੰਡ ਦਾ ਤਾਂ ਨਾ ਕਿੱਡੀ ਦੂਰ ਤੱਕ ਹੋ ਜੂ। ਲੋਕ ਐ ਕਿਆ ਕਰਨਗੇ ਵੀ ਸਾਡੇ ਪਿੰਡ 'ਚ ਉਹ ਉੱਥੇ ਫੈਕਟਰੀ ਲੱਗੀ ਹੈਗੀ। ਕੈਂਸਰ ਨਾਲ ਲੋਕਾਂ ਨੇ ਮਰ ਜਾਣਾ, ਫੈਕਟਰੀ ਚੱਕੀ ਫਿਰਨਾ। ਅਸੀਂ ਨਹੀਂ ਲੱਗਣ ਦੇਣੀ ਫੈਕਟਰੀ। ਬਹੁਤ ਨਾਮਰਾਦ ਚੀਜ਼ ਆ। ਨਾਮਰਾਦ ਚੀਜ਼ ਆ, ਅਸੀਂ ਨਹੀਂ ਲੱਗਣ ਦੇਣੀ ਫੈਕਟਰੀ। ਉਹ ਯਾਰ ਗੱਲ ਸੁਣਨੇ ਸੁਣੋ ਤੇ ਗੱਪ ਪੈ ਗਏ ਮੇਰੇ। ਆਪਣੇ ਪੜ੍ਹ ਲਓ ਚੰਗਾ। ਹਾਂ ਅਸੀਂ ਕੋਈ ਜ਼ਮੀਨ ਜਮੂਨ ਨਹੀਂ ਦੇਣੀ। ਹੋਰ ਬਿਜ਼ਨਸ ਦੇ ਕੰਮ ਵੀ ਕਰਨੇ। ਫੈਕਟਰੀ ਲੱਗਣ ਦੇਣੀ ਆ। ਵਿਹਲਾ ਥੋੜੀ ਆ ਮੈਂ, ਨਾਲੇ ਖਬਰਾਂ ਸੁਣਾਉਣ ਵਾਲੇ। ਚਾਚਾ ਉਹ ਚਾਚਾ ਯਾਰ ਕਿਹੜੀ ਗਹਿਰੀ ਸੋਚ 'ਚ ਡੁੱਬਿਆ ਪਿਆ? ਕੀ ਸੋਚੀ ਜਾਂਦਾ? ਮੇਰੇ ਤਾਂ ਦਿਲ ਨੂੰ ਡੂਬੂ ਪਈ ਜਾਂਦੇ ਆ। ਕੀ ਹੋ ਗਿਆ? ਡੁੱਬੂ ਕਾਹਦੇ ਨਾਲ ਪੈਣ ਲੱਗ ਗਈ? ਜਿਵੇਂ ਮੰਤਰੀ ਬੋਲ ਕੇ ਗਿਆ ਫੈਕਟਰੀ ਲਾਉਣ ਵਾਸਤੇ, ਇਹ ਤਾਂ ਆਪਣੀ ਜ਼ਮੀਨਾਂ ਚਲੀਆਂ ਜਾਣਗੀਆਂ ਭਤੀਜਾ। ਉਹ ਛੱਡਿਆ ਕਰ ਯਾਰ ਚਾਚਾ, ਤੂੰ ਕਿਹੜੀਆਂ ਪੁਰਾਣੀਆਂ ਗੱਲਾਂ ਕਰੀ ਜਾਂਦਾ? ਮੰਤਰੀ ਬੋਲ ਗਿਆ ਤੇ ਆਪਣੇ ਪਿੰਡ ਵਾਲਿਆਂ ਨੇ ਦੇਖਿਆ ਹੀ ਇੱਕ ਆ ਸਾਰਿਆਂ 'ਚ ਠੋਕ ਕੇ ਕਹਿਦਾ ਅਗਲਿਆਂ ਨੇ, ਅਸੀਂ ਇੱਥੇ ਫੈਕਟਰੀ ਨਹੀਂ ਲੱਗਣ ਦੇਣੀ। ਭਲਾ ਜ਼ਮੀਨ ਦੇ ਰੇਟ ਡਬਲ ਕਰ ਚਾਹੇ ਟ੍ਰਿਪਲ ਕਰ। ਉਹ ਤਾਂ ਤੇਰੀ ਗੱਲ ਠੀਕ ਹੈ ਭਤੀਜਾ, ਪਰ ਉਹਨਾਂ ਦਾ ਜ਼ੋਰ ਬਹੁਤ ਹੈ। ਮੌਜੂਦਾ ਸਰਕਾਰ ਹੈ ਚਾਚਾ। ਜ਼ੋਰ ਜ਼ਾਰ ਅੱਜ ਕੱਲ੍ਹ ਨਹੀਂ ਚੱਲਦੀ। ਸੋਸ਼ਲ ਮੀਡੀਆ ਹਰ ਬੰਦੇ ਨੂੰ ਜਾਗਰਤ ਕਰ ਦਿੰਦਾ 2 ਮਿੰਟਾਂ 'ਚ।
ਇਹ ਇੱਕ ਵੀਡੀਓ ਪਾ ਕੇ ਛੱਡ, ਇਹ ਤਾਂ ਕੁਰਸੀਆਂ ਦੀਆਂ ਕੁਰਸੀਆਂ ਨਿਕਲ ਜਾਂਦੀਆਂ। ਉਹ ਤਾਂ ਤੇਰੀ ਗੱਲ ਠੀਕ ਆ ਭਤੀਜ, ਮੇਰੇ ਕੋਲ ਤਾਂ 2.5 ਕਿੱਲੇ ਆ, ਜੇ ਉਹ ਵੀ ਖੁੱਸ ਗਏ ਤਾਂ ਮੇਰੇ ਤੋਂ ਦਿਹਾੜੀ ਵੀ ਨਹੀਂ ਹੋਣੀ। ਹੋ ਜਾ ਯਾਰ, ਦਿਹਾੜੀ ਦੂੜੀ ਵਾਲੀ ਗੱਲ ਛੱਡ ਤੂੰ। ਬਾਕੀ ਬੰਦੇ ਤਾਂ ਹੈਗੇ ਉਹ ਖਤਰਨਾਕ, ਨਾਲੇ ਮੰਤਰੀ ਜਾਂ ਨਾ ਜਿਹੜਾ ਇਹ ਖਚੜੀ ਜੀ ਹਾਸੀ ਹੱਸਦਾ ਨਾ ਜਿਹੜੀ, ਡਰ ਤਾਂ ਮੈਨੂੰ ਵੀ ਲੱਗਦਾ। ਪਰ ਆਪਾਂ ਹਿੰਮਤ ਨਹੀਂ ਹਾਰਨੀ, ਆਪਾਂ ਫੇਰ ਵੀ ਨਾ ਇਕੱਠੇ ਹੋ ਕੇ ਸੀਮੇ ਸੂਮੇ ਵਰਗੋਂ ਨਾਲ ਲੈ ਕੇ ਆਪਾਂ ਘਰ ਘਰ 'ਚ ਜਾ ਕੇ ਵਿਰੋਧ ਕਰਨਾ ਉਹਨਾਂ ਦਾ, ਸਮਝਾਉਣਾ ਆਪਾਂ ਉਹਨਾਂ ਨੂੰ। ਕਈ ਵਾਰੀ ਪਤਾ ਨਹੀਂ ਹੁੰਦਾ ਕਿਸੇ ਬੰਦੇ ਦਾ, ਲਾਲਚ ਦੇਣਗੇ, ਡਰਾਵੇ ਵੀ ਦੇਣਗੇ ਉਹ, ਪਰ ਆਪਾਂ ਉਦੋਂ ਉਹਨਾਂ ਦੇ ਇਹ ਜਿਹੜੇ ਕਾਰਨਾਮੇ ਕਰਨ ਤੋਂ ਪਹਿਲਾਂ, ਉਹਨਾਂ ਦੀਆਂ ਚਾਲਾਂ ਤੋਂ ਪਹਿਲਾਂ ਆਪਾਂ ਜਾ ਕੇ ਲੋਕਾਂ ਨੂੰ ਜਾਗਰਤ ਕਰ ਦਿਆਂਗੇ। ਤੇ ਫਿਕਰ ਕਰਨ ਨਾਲੋਂ ਨਾ ਹਿੰਮਤ ਰੱਖ। ਚੱਲ ਜੇ ਤੂੰ ਕਹਿੰਦਾ ਠੀਕ ਹੀ ਹੋਊਗਾ, ਨਾਲ ਆ ਤੇਰੇ ਸੀ। ਬਸ ਆਹ ਗੱਲ ਕਰ ਨਾਲ ਵਾਲੀ, ਹਾਂ ਚਿੰਤਾ ਚੁੰਤਾ ਛੱਡ ਦੇ, ਉਹ ਬੈਠਾ ਉੱਪਰ ਵਾਲਾ। ਅਸੀਂ ਸਿੱਖ ਹਾਂ ਸਰਦਾਰ ਹਾਂ ਪਰ ਪਗੜੀ ਸਾਡੀ ਸ਼ਾਨ। ਸਾਡਾ ਕਿਸੇ ਧਰਮ ਨਾਲ ਵੈਰ ਨਹੀਂ, ਸਾਡਾ ਕਿਸੇ ਧਰਮ ਨਾਲ ਵੈਰ ਨਹੀਂ, ਸਾਨੂੰ ਜਾਣੇ ਕੁੱਲ ਜਹਾਨ। ਅਸੀਂ ਸਿੱਖ ਹਾਂ ਸਰਦਾਰ ਹਾਂ ਪਰ ਪਗੜੀ ਸਾਡੀ ਸ਼ਾਨ। ਅਸੀਂ ਸਿੱਖ ਹਾਂ ਸਰਦਾਰ ਹਾਂ ਪਰ ਪਗੜੀ ਸਾਡੀ ਸ਼ਾਨ। ਬਾਬਾ ਜੀ ਆ ਤਾਂ ਮਨ ਪ੍ਰਸੰਨ ਹੋ ਗਿਆ, ਤੁਹਾਡਾ ਬਹੁਤ ਵੱਡਾ ਉਪਰਾਲਾ ਪਿੰਡ ਵਾਸਤੇ। ਤੇ ਇੱਕ ਬਾਬਾ ਜੀ ਹੋਰ ਬੇਨਤੀ ਕਰਨੀ ਸੀ, ਆਪਣੇ ਪਿੰਡ 'ਚ ਜੋ ਮੰਤਰੀ ਕੈਮੀਕਲ ਦੀ ਫੈਕਟਰੀ ਲਾ ਰਿਹਾ, ਉਹ ਆਪਣੇ ਪਿੰਡ ਵਾਸਤੇ ਨਹੀਂ, ਨੇੜੇ ਨੇੜੇ ਪਿੰਡਾਂ ਵਾਸਤੇ ਵੀ ਬਹੁਤ ਹਾਨੀਕਾਰਕ ਹੈ। ਸੋ ਮੇਰੀ ਬੇਨਤੀ ਹੈ ਬਾਬਾ ਜੀ ਵੀ ਇਹਦੇ ਬਾਰੇ ਤੁਸੀਂ ਪਿੰਡ ਵਾਲਿਆਂ ਨੂੰ ਜ਼ਰੂਰ ਦੱਸੋ ਤੇ ਉਹਨਾਂ ਨੂੰ ਰੋਕੋ ਵੀ ਉਹ ਇਹ ਮੰਤਰੀ ਨੂੰ ਜ਼ਮੀਨ ਨਾ ਦੇਣ। ਇਹ ਕਿਹੜੀ ਗੱਲ ਹੈ ਜਰਨੈਲ ਸਿੰਘ? ਜੇ ਫੈਕਟਰੀ ਇੱਥੇ ਲੱਗ ਰਹੀ ਹੈ ਤੇ ਉਹਦਾ ਨੁਕਸਾਨ ਤਾਂ ਆਪਾਂ ਸਾਰਿਆਂ ਨੂੰ ਹੀ ਹੈ, ਤੇ ਗੁਰੂ ਕਾ ਸਿੱਖ ਕਦੀ ਵੀ ਕਿਸੇ ਦਾ ਨੁਕਸਾਨ ਨਹੀਂ ਹੋਣ ਦਿੰਦਾ। ਪਿੰਡ ਆਪਣੇ ਨਾਲ ਹੈ ਤੇ ਆਪਾਂ ਵੱਡੇ ਤੋਂ ਵੱਡੇ ਮੋਰਚੇ ਆਪਣੇ ਸਿੰਘਾਂ ਨੇ ਸਰ ਕੀਤੇ ਹੋਏ ਹਨ, ਤੇ ਸਤਿਗੁਰ ਕਿਰਪਾ ਕਰਨਗੇ ਆਪਾਂ ਫੈਕਟਰੀ ਕਦੀ ਵੀ ਨਹੀਂ ਲੱਗਣ ਦੇਵਾਂਗੇ। ਸੰਗਤ ਸਾਰੀ ਨਾਲ ਹੈ, ਸੰਗਤ ਇਸ ਗੱਲ ਦੀ ਹਾਮੀ ਭਰਦੀ ਹੈ, ਤੇ ਆਪਾਂ ਉਹ ਫੈਕਟਰੀ ਇੱਥੋਂ ਜੜੋਂ ਪੱਟ ਦਾਂਗੇ ਜਿਹੜਾ ਲਾਉਣ ਬਾਰੇ ਸੋਚੂਗਾ ਵੀ। ਸੰਗਤ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਠੀਕ ਹੈ, ਚਲੋ ਜੀ, ਆਪਣੇ ਪੂਰਾ ਪਿੰਡ ਆਪਣੇ ਨਾਲ ਹੈ, ਖੁਸ਼ੀ ਹੈ ਇਸ ਗੱਲ ਦੀ, ਨਹੀਂ ਤਾਂ ਮੈਨੂੰ ਬੜੀ ਟੈਨਸ਼ਨ ਸੀ ਬਾਬਾ ਜੀ ਵੀ ਪਤਾ ਨਹੀਂ ਕੀ ਬਣੂਗਾ ਵੀ। ਬਾਕੀ ਜਰਨੈਲ ਸਿੰਘ ਜਿਹੜੇ ਗੁਰੂ ਕੇ ਸਿੱਖ ਹੁੰਦੇ ਉਹ ਘਬਰਾਦੇ ਕਦੀ ਨਹੀਂ, ਕਿਉਂਕਿ ਗੁਰੂ ਉਹਨਾਂ ਦੀ ਪੈਜ ਰੱਖਦਾ ਹੈ, ਤੇ ਤੇਰੇ ਵਰਗੇ ਗੁਰਸਿੱਖ ਜਿਹੜਾ ਮਨੁੱਖਤਾ ਦਾ ਭਲਾ ਸੋਚਦੇ ਹਨ, ਤੇ ਸਤਿਗੁਰੂ ਬਾਬਾ ਨਾਨਕ ਕਿਉਂ ਨਾ ਉਹਨਾਂ ਦੀ ਪੈਜ ਰੱਖੂਗਾ। ਬਾਕੀ ਸੰਗਤ ਨੇ ਅਸੀਸ ਦੇਤੀ, ਜਕਾਰੇ ਦੇ ਨਾਲ ਹਾਮੀ ਭਰ ਦਿੱਤੀ ਹੈ, ਤੇ ਆਪਣਾ ਵਧੀਆ ਹੋਊਗਾ। ਤੇ ਇਹ ਕੰਮ ਜਿਹੜਾ ਸਰਕਾਰਾਂ ਜਾਂ ਇਹ ਚਾਹੁੰਦੇ ਹਨ ਫੈਕਟਰੀਆਂ ਵਾਲੇ ਇੱਥੇ ਇਹਨੂੰ ਉਜਾੜਨਾ, ਇਹ ਕਦੀ ਨਹੀਂ ਹੋ ਸਕਦਾ। ਜੋ ਮਨ ਨੂੰ ਜਿੱਤ ਲੈਂਦੇ ਫਿਰ ਜਗ ਨੂੰ ਜਿੱਤਦੇ ਨੇ। ਨੇਕ ਰਲ ਕੇ ਰਹਿ ਲਈਏ, ਨੇਕ ਰਲ ਕੇ ਰਹਿ ਲਈਏ, ਅੰਤ ਹੋਣਾ ਏ ਸ਼ਮਸ਼ਾਨ। ਅਸੀਂ ਸਿੱਖ ਹਾਂ ਸਰਦਾਰ ਹਾਂ ਪਰ ਪਗੜੀ ਸਾਡੀ ਸ਼ਾਨ। ਅਸੀਂ
ਅਸੀਂ ਸਿੱਖ ਹਾਂ ਸਰਦਾਰ ਹਾਂ ਪਰ ਪਗੜੀ ਸਾਡੀ ਸ਼ਾਨ। ਡੈਡੀ ਜੀ ਮੇਰੀ ਫੀਸ ਕਦੋਂ ਭਰੋਗੇ? ਟੀਚਰ ਨੇ ਆਖਿਆ ਸੀ ਫੀਸ ਭਰ ਕੇ ਜਾਓ। ਕੋਈ ਨਹੀਂ, ਮੈਂ ਆਉਣਾ ਸੀ ਅੱਜ ਹੀ ਪੁੱਤ, ਅੱਜ ਮੈਨੂੰ ਟਾਈਮ ਲੱਗਿਆ, ਕੱਲ ਨੂੰ ਆਉਂਗਾ ਮੈਂ ਤੇਰੇ ਸਕੂਲ। ਮੈਂ ਫੇਰ ਫੀਸ ਭਰ ਦੂੰਗਾ, ਨਾਲੇ ਤੇਰੀ ਕਾਪੀ ਕੁੱਪੀਆਂ ਲਿਆ ਦੂੰ ਤੇ ਬਾਦੀ ਬੁੱਦੀ ਲੈ ਦੂੰ, ਸਾਰਾ ਕੁਝ ਹੈ। ਤੂੰ ਪੜਿਆ ਕਰ, ਮੇਰੇ ਪੁੱਤ ਦੱਬ ਕੇ ਪੜਿਆ ਕਰ, ਚੰਗਾ? ਤੂੰ ਫਿਕਰ ਨਾ ਕਰਿਆ ਕਰ ਫੀਸ ਦੀ। ਹਾਂ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਅੱਜ ਕਿਵੇਂ ਗਰੀਬ ਦੇ ਘਰ ਚਰਨ ਪਾਏ ਮੰਤਰੀ ਜੀ? ਜੋ ਕੰਮ ਸੀ ਤਾਂ ਮੈਨੂੰ ਬੁਲਾ ਲੈਂਦੇ, ਮੈਂ ਹਾਜ਼ਰ ਹੋ ਜਾਂਦਾ। ਨਹੀਂ ਨਹੀਂ ਨਾਇਬ ਸਿਆ, ਤੇਰੇ ਤੱਕ ਮੈਨੂੰ ਕੋਈ ਜ਼ਰੂਰੀ ਕੰਮ ਸੀ ਤਾਂ ਹੀ ਮੈਨੂੰ ਆਉਣਾ ਪਿਆ। ਤੁਸੀਂ ਹੁਕਮ ਕਰੋ ਮੰਤਰੀ ਸਾਹਿਬ, ਜਿੰਨੇ ਜੋਗਾ ਹੈਗਾ ਹਾਜ਼ਰ ਹਾਂ ਜੀ। ਦੇਖ ਬਈ ਨਾਇਬ ਸਿਆ, ਆ ਆਪਣਾ ਮੁੰਡਾ ਹੈ। ਹਾਂਜੀ ਹਾਂਜੀ ਮੈਂ ਜਾਣਦਾ ਜੀ। ਮੈਂ ਇਹਨੂੰ ਕਾਮਯਾਬ ਕਰਨਾ ਚਾਹੁੰਦਾ। ਗੱਲ ਹੀ ਕੋਈ ਨਹੀਂ ਮੰਤਰੀ ਸਾਹਿਬ, ਐਤਕੀਆਂ ਵੋਟਾਂ ਸੀ ਇਹਨਾਂ ਨੂੰ ਪਵਾ ਦਾਂਗੇ। ਵੀਰੇ ਤੁਹਾਡਾ ਸਹਿਯੋਗ ਚਾਹੀਦਾ। ਮੇਰਾ ਸਹਿਯੋਗ ਤਾਂ ਤੁਹਾਡੇ ਨਾਲ ਹੀ ਹੈ ਮੰਤਰੀ ਸਾਹਿਬ। ਆਪਾਂ ਵੋਟਾਂ ਦੀ ਗੱਲ ਨਹੀਂ ਕਰਦੇ ਨਾਇਬ ਸਿਆ, ਮੈਂ ਆਪਣੇ ਮੁੰਡੇ ਨੂੰ ਕਾਮਯਾਬ ਕਰਨ ਵਾਸਤੇ ਕੋਈ ਫੈਕਟਰੀ ਲਾ ਕੇ ਦੇਣਾ ਚਾਹੁੰਦਾ। ਅੱਛਾ ਜੀ। ਜਿਸ ਕਰਕੇ 1000 ਬੱਚੇ ਨੂੰ ਘੱਟੋ ਘੱਟ ਉੱਥੇ ਰੁਜ਼ਗਾਰ ਮਿਲੂਗਾ ਤੇ ਪਿੰਡ ਵਾਲਿਆਂ ਨਾਲ ਵੀ ਮੇਰੀ ਜ਼ਮੀਨ ਦੀ ਗੱਲਬਾਤ ਚੱਲੀ ਜਾਂਦੀ ਹੈ। ਤੇ ਤੁਹਾਡੀ ਜ਼ਮੀਨ ਤਾਂ ਸੜਕ ਤੇ ਲੱਗਦੀ ਹੈ। ਜੇ ਤੁਸੀਂ ਮੈਨੂੰ ਜ਼ਮੀਨ ਦੇ ਦਿਓਗੇ ਤਾਂ ਮੈਂ ਤੈਨੂੰ ਦੁੱਗਣੇ ਭਾਅ ਦੇ ਪੈਸੇ ਦੇਵਾਂਗਾ ਤੇ ਤੇਰੀ ਜ਼ਮੀਨ ਵੀ ਦੁੱਗਣੀ ਬਣ ਜਾਊਗੀ। ਇਹ ਕਿਹੋ ਜਿਹੀ ਗੱਲ ਕਰਦੇ ਹੋ ਮੰਤਰੀ ਸਾਹਿਬ? ਤੁਸੀਂ ਜਾਨ ਮੰਗਦੇ, ਮੈਂ ਹੱਸ ਕੇ ਦੇ ਦਿੰਦਾ, ਪਰ ਜ਼ਮੀਨ ਤਾਂ ਮੇਰੇ ਪੁਰਖਾਂ ਦੀ ਜਾਇਦਾਦ ਆ ਜੀ। ਇਹ ਨਹੀਂ ਹੋ ਸਕਦਾ, ਇਹ ਨਹੀਂ ਮੈਂ ਦੇ ਸਕਦਾ। ਨਾਇਬ ਸਿਆ, ਤੂੰ ਤਾਂ ਮੈਨੂੰ ਪੂਰਾ ਕਾਮਯਾਬ ਕਰਨ ਵਾਸਤੇ ਕਹਿ ਰਿਹਾ ਸੀ, ਤੂੰ ਤਾਂ ਮੇਰੇ ਤੋਂ ਮੁੱਖੀ ਮੋੜ ਲਿਆ। ਆ ਜਰਾ ਇੱਧਰ ਮੂੰਹ ਕਰਕੇ ਮੇਰੇ ਨਾਲ ਗੱਲ ਤਾਂ ਕਰ। ਮੰਤਰੀ ਸਾਹਿਬ ਹੁਣ ਤੁਹਾਡੇ ਨਾਲ ਕੀ ਗੱਲ ਕਰਾਂ? ਤੁਸੀਂ ਤਾਂ ਮੇਰਾ ਕਲੇਜਾ ਹੀ ਕੱਢਦਾ। ਦੇਖ ਨਾਇਬ ਸਿਆ, ਤੂੰ ਕਮਲ ਨਾ ਮਾਰ ਕਮਲ। ਤੇਰੀ 2.5 ਕਿੱਲੇ ਜ਼ਮੀਨ ਦੀ 5 ਕਿੱਲੇ ਜ਼ਮੀਨ ਬਣ ਜਾਣੀ ਆ ਤੇ ਤੇਰੇ ਪੁਰਖੇ ਨਾਰਾਜ਼ ਨਹੀਂ ਹੋਣਗੇ, ਉਹ ਤਾਂ ਖੁਸ਼ ਹੋ ਜਾਣਗੇ। ਤੇਰੇ ਮੁੰਡੇ ਨੂੰ ਤਾਂ ਭੇਜ ਦਿਆਂਗੇ ਬਾਹਰਲੇ ਦੇਸ਼ ਤੇ ਤੈਨੂੰ ਦੇ ਦਿਆਂਗੇ ਫੈਕਟਰੀ 'ਚ ਕੋਈ ਵੱਡਾ ਅਹੁਦਾ। ਉਹ ਤੂੰ ਤਾਂ ਮौज ਕਰੇਗਾ, ਮौज। ਠੀਕ ਹੈ ਮੰਤਰੀ ਸਾਹਿਬ, ਤੁਸੀਂ ਕਾਗਜ਼ ਪੱਤਰ ਤਿਆਰ ਕਰਾਓ। ਜਦੋਂ ਮੇਰੀ ਲੋੜ ਹੋਈ ਮੈਂ ਆ ਜਾਊਂਗਾ। ਪਰ ਨਾਇਬ ਸਾਹਿਬ, ਪਰ ਵਾਲੀ ਕੀ ਗੱਲ ਰਹਿ ਗਈ? ਜਰਨੈਲ ਕੀ ਸੋਚੂਗਾ ਮੰਤਰੀ ਸਾਹਿਬ? ਨਾਇਬ ਸਾਹਿਬ, ਤੂੰ ਆਪਣੇ ਬਾਰੇ ਸੋਚ। ਜਦੋਂ ਚਾਚਾ ਮੰਨ ਗਿਆ ਫਿਰ ਭਤੀਜਾ ਵੀ ਮੰਨ ਜੂ। ਚਲੋ ਠੀਕ ਹੈ ਜੀ। ਮੈਨੂੰ ਤਾਂ ਚੇਲਾ ਆਉਂਦਾ। ਲੈ ਮਿੱਤਰਾ ਚੱਲ ਪਾ, ਇਹਨੂੰ ਵੀ ਦੱਸੇ ਕਿਉਂ ਨਾ। ਹਾਂ ਹੈਲੋ, ਹਾਂ ਠਾਣੇਦਾਰਾ। ਉਹ ਯਾਰ ਤੈਨੂੰ ਕਿਹਾ ਸੀ ਨਾ ਮੈਂ, ਤੂੰ ਗੱਲ ਕਿਉਂ ਸੁਣਦਾ ਯਾਰ? ਮੈਂ ਥਾਣੇ ਜਾ ਕੇ ਤੈਨੂੰ ਮੁੱਦਾ ਪਾ ਲੈਣਾ, ਤੇਰੀ ਸਾਰੀ ਥਾਣੇਦਾਰੀ ਘੋੜ ਦੂੰਗਾ। ਤੈਨੂੰ ਪਤਾ ਨਹੀਂ ਯਾਰ MLA ਕੀ ਚੀਜ਼ ਆ ਯਾਰ? ਮੈਂ ਸੋਸ਼ਲ ਵਰਕਰ ਆ, ਮੇਰੇ ਮਗਰ ਲੱਖਾਂ ਲੋਕ ਆ। ਤੂੰ ਗੱਲ ਕਿਉਂ ਸੁਣਦਾ? ਮੇਰੀ ਥਾਣੇ ਦੇ ਟਰੈਕਟ ਖੜਕਾ ਦੂੰ ਮੈਂ ਜੇ ਗੱਲ ਨਾ ਮੇਰਾ ਕੰਮ ਨਾ ਹੋਇਆ। ਗੱਲ ਸੁਣ ਲੈ ਚੁੱਪ ਕਰਕੇ। ਹਾਂ ਤਾਂ ਠੀਕ ਆ, ਕੱਟ ਫੋਨ, ਮੇਰਾ ਚੇਲਾ ਆ ਗਿਆ ਯਾਰ। ਆਹੋ ਨਾਲੇ ਬਿਨਾਂ ਕੰਮ ਤੋਂ ਫੋਨ ਨਾ ਕਰਿਆ ਕਰ। ਹਾਂ ਠੀਕ ਆ ਉਸਤਾਦ ਪੈਰੀ ਪਹਿਲਾਂ ਦੁਬਾਰੀ ਪੈ ਦੁਬਾਰੀ। ਉਸਤਾਦ ਬੜੀ ਚੜਾਈ ਹੈ ਯਾਰ, ਸਿੱਧਾ ਤੂੰ ਪੁਲਿਸ ਵਾਲਿਆਂ ਨੂੰ ਗਾਲਾਂ ਡਈ ਪਿਆ। ਉਹ ਇਹ ਤਾਂ ਥਾਣੇਦਾਰ ਸੀ। ਅੱਛਾ, ਸਾਡੇ ਵਾਲਾ ਬੜਾ ਤਾਂ DSP ਨੂੰ ਪੈ ਜਾਂਦਾ ਹੁੰਦਾ। ਤੂੰ ਦੇਖੀ ਨੀ ਵੀਡੀਓ? ਕਹਿੰਦਾ ਦੋ ਮਾਰੂ ਥਾਪੜੇ ਮੂੰਹ ਤੇ।
ਉਹ ਦੇਖਿਓ ਉਸਤਾਦ ਥੋੜੀ ਤੇ ਚੜਾਈ ਬਹੁਤ ਆ ਬਥੇਰੀ। ਉਸਤਾਦ ਜਿਹੜੇ ਹਿਸਾਬ ਨਾਲ ਤੂੰ ਗੱਲਾਂ ਕਰਦਾ ਨਾ ਮੰਤਰੀ ਹੋਣਾ ਚਾਹੀਦਾ। ਮੰਤਰੀ? ਹਾਂ ਮੈਨੂੰ ਲੱਗਦਾ ਜਿੰਨੇ ਆਪਣੇ ਨਾਲ ਬੰਦੇ ਆ ਆਪਾਂ ਮੰਤਰੀ ਬਣ ਹੀ ਸਕਦੇ ਆ ਹਨਾ। ਉਸਤਾਦ ਜਿਹੜੇ ਹਿਸਾਬ ਨਾਲ ਡਰੈਸ ਪਾਈ ਹੈ ਨਾ ਇੱਕ ਕਮੀ ਹੈ ਵਾਹ ਪਾ ਮੰਤਰੀ ਵਾਲੀ ਜੈਕਟ। ਪਰ ਜੈਕਟ ਤੋਂ ਯਾਦ ਆਇਆ, ਅੱਜ ਮੈਨੂੰ ਫੋਨ ਆਇਆ ਸੀ ਮੁੰਡੇ ਦਾ। ਉਹ ਕਹਿੰਦਾ ਵੀ ਅੱਜ ਮੰਤਰੀ ਘਰੇ ਹੈ ਨਹੀਂ ਤੇ ਜੇ ਆਪਾਂ ਇਹ ਕਰਾਂਗੇ ਕਰਕੇ ਮੰਡੀਰ ਇਕੱਠੀ ਮੰਤਰੀ ਦੇ ਚੱਲੀਏ ਕੋਠੀ 'ਚ। ਕੋਠੀ 'ਚ ਜਾ ਕੇ ਖੜਤਾ ਜਾਂ ਸੁਣਤਾ ਲੈ ਪਹਿਲਾਂ ਗੱਲ ਪੂਰੀ, ਪਹਿਲਾਂ ਸੁਣ ਲਿਆਗਾ ਟੋਕਣ ਬਹਿ ਜਾਂਦਾ ਬੁਰੋ। ਚੱਲ ਦੱਸ। ਮੰਤਰੀ ਦੀ ਚੱਲੀਏ ਕੋਠੀ 'ਚ। ਕੋਠੀ 'ਚ ਜਾ ਕੇ ਮੰਡੀਰ ਇਕੱਠੀ ਕਰਕੇ ਮਾਰੀਏ ਲਲਕਰੇ ਮਾਰੀਏ। ਮੰਤਰੀ ਨਿਕਲਣਾ ਨਹੀਂ ਬਾਹਰ ਕਿਉਂਕਿ ਹੈ ਹੀ ਨਹੀਂ। ਅੱਛਾ ਤੇ ਆਪਣੀ ਤਾਜੂਗੀ ਪਿੰਡ 'ਚ ਦਹਿਸ਼ਤ, ਮਤਲਬ ਆਪਣਾ ਕੰਮ ਵੀ ਹੋ ਜੂ ਤੇ ਪੈਣੀਆਂ ਵੀ ਨਹੀਂ ਨਾਲੇ। ਹੁਣ ਤਾਂ ਫਿਰ ਮੈਂ ਜੈਕਟ ਵਾਲੀ ਮੰਤਰੀ ਦੇ ਬਰਾਬਰ ਦਾ ਹੁੰਦਾ। ਜੇ ਮੰਤਰੀ ਟੱਕਰ ਗਿਆ ਫਿਰ ਦੋ ਲਾਪੜੇ ਵੀ ਮਾਰ ਜਾਗੇ। ਉਸਤਾਦ ਇਹ ਵੀ ਗੱਲ ਦੀ ਮੰਤਰੀ ਬਣ ਕੇ ਆਪਣੇ ਪੀਏ ਰੱਖ ਲੇਗਾ। ਪੀਏ ਨਹੀਂ ਤੈਨੂੰ ਚੇਅਰਮੈਨ ਨਹੀਂ ਦੇਵਾਂਗੇ, ਟੈਨਸ਼ਨ ਨਾ ਲੈ। ਅੱਛਾ ਮੇਰੀ ਗੱਲ ਸੁਣ, ਤਾਂ ਹੀ ਕਰ ਕੀ ਚੱਲਦੇ ਪਿੰਡ 'ਚ ਬੰਦੇ ਇਕੱਠੇ ਕਰ। ਹਨੇਰਾ ਹੋਣ ਵਾਲਾ, ਸ਼ਾਮ ਹੋਣ ਵਾਲੀ ਆ, ਦਿਨ ਢਲਿਆ ਪਿਆ। ਆਪਾਂ ਚੱਲ ਕੇ ਇੰਤਜ਼ਾਮ ਕਰਦੇ ਫੈਂਟਣ ਦਾ। ਚਲੀਏ ਉਸਤਾਦ ਫਿਰ ਚੱਲ ਕਰ ਆਜੋ। ਪਰ ਗੁਰੂ ਨੇ ਕਿਰਪਾ ਕੀਤੀ, ਜਿਹੜਾ ਪ੍ਰਚਾਰ ਹੋ ਰਿਹਾ ਸੀ, ਸਾਡੇ ਨੌਜਵਾਨ, ਸਾਡੇ ਸੂਰਵੀਰ ਯੋਧੇ, ਸਾਡੇ ਭਰਾ, ਉਹ ਕਿਸਾਨ ਵੀ ਜਾਗੇ। ਜਦੋਂ ਗੱਲ ਸਾਡੀ ਖਿੱਚੀ ਤੱਕ ਆ ਗਈ, ਹੁਣ ਫਿਰ ਪਾਣੀ ਮੁੱਕੋਂ ਦੀ ਜਾਂਦਾ ਦੀਆਂ ਤੇ ਦਿਸੇ ਨੂੰ ਅਸੀਂ ਨੱਥ ਪਾਉਣ ਦੇ ਲਈ ਫਿਰ ਉੱਥੇ ਮੋਰਚੇ ਲਾ ਦਿੱਤੇ। ਉਹਨਾਂ ਦੀਆਂ ਬਖਸ਼ਿਸ਼ਾਂ ਦੇ ਅਸੀਂ ਪਾਤਰ ਹਾਂ ਤੇ ਇਹ ਮੋਰਚਾ ਫਤਿਹ ਹੋਏਗਾ, ਕਿਉਂਕਿ ਸ਼ਹੀਦੀਆਂ ਕਿੰਨੀਆਂ, ਕੁਰਬਾਨੀਆਂ ਕਿੰਨੀਆਂ ਦੇ ਚੁੱਕੇ ਆ, ਕਿੰਨੀਆਂ ਨੌਜਵਾਨਾਂ ਦੀਆਂ ਡੈਥ ਆਪਾਂ ਸੁਣ ਚੁੱਕੇ ਹਾਂ। ਤੇ ਸਤਿਗੁਰੂ ਕਿਰਪਾ ਕਰਨਗੇ, ਇਹਨਾਂ ਡੁੱਲਿਆਂ ਹੋਇਆਂ ਸ਼ਹੀਦਾਂ ਦਾ ਖੂਨ ਅਜਾਈ ਨਹੀਂ ਜਾਏਗਾ ਤੇ ਮੋਰਚਾ ਫਤਿਹ ਹੋਏਗਾ। ਤੇ ਆਪਾਂ ਗੁਰੂ ਕੀ ਮਾਤੀ ਨੂੰ ਇਸ ਪੰਜਾਬ 'ਚ ਨਹੀਂ ਬਲਕਿ ਦੇਸ਼, ਸੰਸਾਰ 'ਚ, ਵਿਸ਼ਵ ਭਰ 'ਚ ਕੋਨੇ-ਕੋਨੇ 'ਚ ਆਪਾਂ ਉਜਾਗਰ ਕਰ ਸਕਾਂਗੇ। ਤੇ ਗੁਰੂ ਗਰੀਬ ਨਿਵਾਜ ਸਤਿਗੁਰੂ ਜੀ ਦਾ ਖਾਲਸਾ ਜੋ ਰਾਜ ਦਾ ਸੁਪਨਾ ਹੈ, ਆਕੀ ਨੂੰ ਖਤਮ ਕਰਨਾ ਹੈ, ਨਿਤਾਣੇ ਨਿਮਾਣੇ ਨੂੰ ਮਾਣ ਦਿਵਾਉਣਾ ਹੈ, ਜੋ ਗੁਰੂ ਦਾ ਸਿਧਾਂਤ ਹੈ। ਤਾਂ ਹੀ ਤਾਂ ਕਿਹਾ ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ, ਰਾਜ ਕਰੇਗਾ। ਮੁੱਲ ਤਾਂ ਪਹਿਲਾਂ ਹੀ ਨਹੀਂ ਦਿੱਤੇ ਦਿੱਲੀਏ ਸਾਡੀਆਂ ਫਸਲਾਂ ਦੇ, ਕਿਉਂ ਖਤਮ ਕਰਨ ਤੇ ਲੱਗੀਆਂ ਤੁਰੇ ਸਾਡੀਆਂ ਨਸਲਾਂ ਦੇ। ਮੁੱਲ ਭਰਨਾ ਪੈਣਾ ਤੈਨੂੰ ਕੀਤੇ ਅਤਿਆਚਾਰਾਂ ਦਾ, ਇੱਕਿਆਂ ਦੀ 31 ਮੋੜੂ ਏਕਾਂ ਜ਼ਿਮੀਂਦਾਰਾਂ ਦਾ, ਹੁਣ ਏਕਾਂ ਜ਼ਿਮੀਂਦਾਰਾਂ ਦਾ ਚੇਤੇ ਰੱਖੀ ਦਿੱਲੀਏ ਨੀ। ਜੇ ਜੱਟ ਆਪਦੇ ਜੋਗੀ ਬੀਜਣ ਤੇ ਆ ਗਿਆ ਨਾ, ਭੁੱਖੀ ਮਰੇਗੀ ਸਰਕਾਰੇ। ਸਾਡੇ ਬੀਜੇ ਹੋਏ ਅਨਾਜ ਤੋਂ ਬਿਨਾ ਤੇਰੇ ਪੀਜੇ 버ਗਰ ਨਹੀਂ ਬਣਦੇ। ਬਈ ਕਾਲਜ ਵਾਲੇ ਮੁੰਡੇ ਲੈ ਅੱਗੇ। ਉਹ ਕਾਲਜ ਵਾਲੇ ਮੁੰਡਿਆਂ ਦੀ ਕੀ ਲੋੜ ਆ? ਜੇ ਕਾਲਜ ਵਾਲੇ ਮੁੰਡੇ ਆ ਜਾਂਦੇ ਨਾ ਤਾਂ ਕੋਠੀ ਢਾਹਦੇ ਨੇ। ਉਸਤਾਦ ਤੁਹਾਡੇ ਲਲਕਰੇ ਨਾਲ ਵੈਸੀ ਢਹਿ ਜਿਹੜੀ ਲਲਕਰਾ ਮਾਰੋ ਮਾਰ ਦੋ। ਓਏ ਮੰਤਰੀਆ ਨਿਕਲ ਬਾਹਰ ਓਏ। ਮੇਰਾ ਤਾਂ ਘਰੇ ਹੈ ਨਹੀਂ ਕੁਛ ਨਾ। ਜ਼ੋਰ ਨਾ ਮਾਰ। तुम्हारे बड़ा 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 ललकरा बड़ा। हाँ ओए मंत्रिया ओए उस्तादा तेनू ललकरा मारनू क्या सी पैर मारनू नहीं क्या सी। तू मेरे सालिया रोना इत्थे लड़ना आया सीधा उखड़। हां है ना ओ मंत्रिया निकल बाहर ओए देख ले कितने बंदे तेनू कुचलने वास्ते लेके आया।
देखा मंत्री किन्नी फौज लेके आया मैं मगर अखा जियारा कड्डो अज कल्ले कल्ले जिथे कबर पट के जाऊंगा किन्ने बंदे लेके आया मैं नाल थोनू पता नहीं अजे तो होर लेके आने सी ये तो कुछ भी नहीं तुसी देखी तो जाओ थोड़ा हुदा की अज तुसी देखी जाओ थोड़ा बनता की आ और परे हो जाओ अज मैंने बोल लैन दे भड़ास कट ला बच्चा बन ओए हट जा भड़ास कट ला मैनू इन्हां नूं अज छड्डना नहीं इन्हां नूं वड्ड के जावांगे तू टेंशन ना लै उस्ताद ओ खड़ जा यार ओए अज थोनू मैं दसूंगा ये भुल्लर की चीज आ इन्ने बंदे तां तुसीं जिंदगी च नहीं देखे होने जिन्ने अज मैं नाल लैके आ हजे तां होर पिछे खड़े आ ओ खड़ जा यार पिछे मुड़ के तां देख ला पिछे मुड़ के की देखना पिछे तां तुसीं देखो किन्नी फौज खड़ी आ मेरे मगर उस्ताद खड़ जा केड़ी फौज दी गल करदा अन्या पिछे मुड़ के दा वेख ला पागल तां मैनू लग खड़ जा यार पागल तां मैनू लगदा तुसीं हो गए अन्ने हो गए इन्ने बंदे नहीं सुनू दीदे मेरे पिछे खड़े मैनू लगदा इन्हां दिमाग हल गया ओए साडे कहते पिछे मुड़ के वेख ला उस्ताद पिछे कोई नहीं ओ खड़ जा यार चल ठीक आ जे थोड़ा आ भी शौक मैं पूरा कर देना पिछे मुड़ के देखना देखो पिछे कितने बंदे आ ਮੈਨੂੰ ਤਾਂ ਜੀ ਇਹ ਲੈ ਕੇ ਆ ਕਹਿੰਦਾ ਮੰਤਰੀ ਘਰੇ ਨਹੀਂ ਆਪਾਂ ਉਹਨੂੰ ਘਰੇ ਗਾਲਾਂ ਕੱਢ ਕੇ ਆਉਣਿਆ ਕਹਿੰਦੇ ਪਿੰਡ 'ਚ ਦਾਇਸ਼ਤ ਬਣ ਜੂਗੀ ਮੈਂ ਤਾਂ ਗਾਲ ਵੀ ਨਹੀਂ ਕੱਢੀ ਜੀ ਉਹ ਮੇਰਾ ਚੇਲਾ ਭੱਜ ਕੇ ਬੰਦਾ ਲੱਗਦਾ ਵੇ ਇੱਥੇ ਬੈਠਾ ਉਹ ਤੂੰ ਵੀ ਤਾਂ ਇੱਥੇ ਬੈਠੇਗਾ नहीं मंत्री साहब गल तो सुनो मेरी सत श्री अकाल मंत्री साहब किवें लगे मेरे डायलॉग हाँ मंत्री साहब थोड़ी जान के खुशी होगी थोड़े पिंड का मुंडा वड्डी फिल्म जानी कि मैं मेरी वड्डी फिल्म सिलेक्शन हो गई ते मैं तो ये डायलॉग बोल के रिहर्सल करन आया सी थोनू कोई कमी तो नहीं लगी मैनू कमी थोड़ी जी लगती है अच्छा खुशिया ये कुछ ज्यादा मख जी लड़ती है माड़ी जी जाके ढेड़ी तो करके आओ और बब्बल हाँ बढ़िया भाई भाई यार तो नजारा ही इधर जमा सारा पिंड ही देखदा इथों ना बस यार इवें है तैनूं पता सब बाबे दी मेहर है मैं तो कहना कहा गर्मियां कुत्ते ना भाई अगर यार हवा खुली हो चार पासों उत्ते एक गल है ठंड लगन ला जांदा उत्ते तां अच्छा एसी उसी फेल आ यार ये चारे पासों खुला ना फिर हवा आउंदी सारे पासों और दस मुंडे दा दस की यार ठीक है बढ़िया बस अपने दसो बैठ जा खड़ा किवें आ सिम्या ठीक है भाई सत श्री अकाल सत श्री अकाल ठीक है भाई मैं थोड़ा थले देखी है ना मैं भजांदा सी तैनूं पता बैठ जा 10 मिनट यार और दस तू ठीक है भाई किवें आउणा आ बस भाई मैं थोड़े नाल एक गल करनी सी हां शायद थोनू मेरी गल बुरी भी लगे भजांदा ते सच्ची भी ना लगे मैं दसना चाहता सी भाई जी कि तुहाडे चाचे ने ਉਹ ਜਿਹੜੀ ਆਪਣੇ ਪਿੰਡ ਫੈਕਟਰੀ ਲੱਗਣੀ ਨਾ ਜਿਹਦਾ ਅਸੀਂ ਵਿਰੋਧ ਕਰੀ ਜਾਂਦੇ ਆ ਤੇ ਚਾਚੇ ਨੇ ਉਹਨਾਂ ਨੂੰ ਜ਼ਮੀਨ ਦੇਤੀ ਸਾਡਾ ਵਿਰੋਧ ਤਾਂ ਮਿਲ ਗਿਆ ਨਾ ਮਿੱਟੀ 'ਚ ਬਾਈ ਜੀ ਹੁਣ ਤਾਂ ਮੂਰਖਤਾ ਕੀਤੀ ਜਮਾ ਨਹੀਂ ਯਾਰ ਤੂੰ ਕਿਤੇ ਗਲਤ ਫਹਿਮੀ ਹੋਣੀ ਹੈ ਮੈਨੂੰ ਪਤਾ ਸੀ ਬਾਈ ਜੀ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰੋਗੇ ਪਰ ਬਾਈ ਜੀ ਮੈਂ ਬਿਲਕੁਲ ਸੱਚ ਕਹਿ ਰਿਹਾ ਇਹ ਗੱਲ ਪਹਿਲਾਂ ਮੈਨੂੰ ਵੀ ਵਿਸ਼ਵਾਸ ਨਹੀਂ ਆਉਂਦਾ ਸੀ ਪਰ ਹੁਣ ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਕਿ ਚਾਚਾ ਜੀ ਨੇ ਜ਼ਮੀਨ ਉਹਨਾਂ ਨੂੰ ਦੇਤੀ ਬਾਈ ਜੀ ਪਰ ਪਤਾ ਨਹੀਂ ਕਿਹੜੇ ਲਾਲਚ 'ਚ ਆ ਕੇ ਦੇਤੀ यार चाचे ने की पूछा यार वो तो मैं डांडी लवा दी भाई आ यार भाई भाई जी गल तो सुनो वो नहीं यार सुनू रह गया यार आ यार बच्चे भाई उठे चाचे ने तो जमा ही डांड लवा दी इतना थोड़ा होंदा मैं करता सेव भाई नु रोक गुस्से जाके तो होर ना चाचे दी गल पै जे चल यार रोक दे यार आजा
ਸੁਣਾ ਤਾਇਆ, ਕੀ ਹਾਲ ਹੈ? ਠੀਕ ਹੈ ਭਤੀਜ, ਤੂੰ ਦੱਸ। ਆ ਕੀ ਕਹਿੰਦਾ ਤੇਰਾ ਅਖਬਾਰ? ਕਾਹਦਾ ਯਾਰ, ਮਹਿੰਗਾਈ ਨੇ ਤਾਂ ਅੱਗ ਲਾਈ ਪਈ ਹੈ ਪੰਜਾਬ 'ਚ। 100 ਰੁਪਏ ਨੂੰ ਤੇਲ ਪਹੁੰਚ ਗਿਆ। ਉਹ ਛੱਡ ਤਾਇਆ, ਇਹਦਾ ਚੱਲੀ ਜਾਣਾ। ਆਪਣੇ ਘਰੇ ਕਿਵੇਂ ਜਿੰਦਾ ਲੱਗਿਆ ਪਿਆ? ਕਿਵੇਂ? ਉਹ ਮੈਂ ਗਿਆ ਸੀ ਆਪਣੇ ਘਰੇ। ਕਿਵੇਂ ਗਿਆ ਸੀ? ਉਹ ਡਰਮੀ ਚਾਹੀਦੀ ਸੀ, ਸਪਰੇਅ ਕਰਨੀ ਸੀ। ਅੱਛਾ, ਮੈਨੂੰ ਤਾਂ ਸਰਜੀਤ ਵੀ ਨਹੀਂ ਦਿਸਿਆ। ਉਹ ਤਾਂ ਵਿਆਹ ਗਏ ਆ ਭਤੀਜ, 4 ਦਿਨ ਹੋ ਗਏ। ਅੱਛਾ, ਹਾਂ। ਤੇ ਰੋਟੀ ਪਾਣੀ? ਰੋਟੀ ਉਹ ਜਰਨੈਲ ਵਾਲਾ ਹੈਗਾ ਨਾ ਮੇਰਾ ਭਤੀਜਾ, ਉਹ ਦੇ ਜਾਂਦਾ। ਮੈਂ ਵੀ ਆਖਿਆ ਤੂੰ ਤਾਂ ਰੋਟੀ ਬਿਨਾਂ 1 ਮਿੰਟ ਨਹੀਂ ਸਰਦਾ। ਨਹੀਂ ਨਹੀਂ, ਮੇਰਾ ਭਤੀਜਾ 9 ਵਜੇ ਰੋਟੀ ਫੜਾ ਜਾਂਦਾ, 1 ਮਿੰਟ ਨਹੀਂ ਲੇਟ ਹੁੰਦਾ। ਅੱਛਾ, ਹਾਂ 9 ਵਜੇ। ਚਾਚਾ, ਹਾਂ ਮੈਂ ਜੋ ਕੁਝ ਸੁਣਿਆ ਕੀ ਉਹ ਸਹੀ ਹੈ? ਕੀ ਸੁਣਿਆ ਤੂੰ? ਕੀ ਸੁਣਿਆ? ਭੋਲਾ ਬੰਦਾ ਹੈ। ਜੋ ਤੂੰ ਮੰਤਰੀ ਨੂੰ ਜਵਾਨ ਦੇ ਕੇ ਆਇਆ ਨਾ, ਚੰਗਾ ਨਹੀਂ ਕੀਤਾ ਤੂੰ। ਉਹ ਤੂੰ ਮੇਰੀ ਗੱਲ ਤਾਂ ਸੁਣ। ਕੀ ਤੇਰੀ ਗੱਲ ਸੁਣੀ ਯਾਰ? ਹੈ ਸਾਰਾ ਦਿਨ ਤੂੰ ਸਾਡੇ ਨਾਲ ਤੁਰਿਆ ਫਿਰਦਾ। ਜੇ ਕੋਈ ਹੋਰ ਹੁੰਦਾ ਤਾਂ ਮੈਂ ਸਾਲੇ ਨੂੰ ਇੱਥੇ ਗਲ ਘੁੱਟ ਕੇ ਮਾਰ ਦਿੰਦਾ। ਤੂੰ ਸਾਨੂੰ ਕਿਤੇ ਮੂੰਹ ਦਿਖਾਉਣ ਜੋਗੇ ਨਹੀਂ ਛੱਡਿਆ। ਕੀ ਚੁੱਪ ਯਾਰ ਤੂੰ। ਨਾਲੇ ਗੱਲ ਸੁਣ ਲਾ, ਜੇ ਉਹਨੂੰ ਨਾਚ ਜਵਾਬ ਦੇ ਕੇ ਆਇਆ ਤਾਂ ਤੇਰਾ ਸਾਡਾ ਰਿਸ਼ਤਾ ਖਤਮ। ਬਾਈ ਵੱਡੇ ਯਾਰ ਤੂੰ ਜਰਨੈਲ ਤੋਂ ਮੈਂ ਸਮਝਾਉਣਾ। ਆ ਵੇਖਿਆ ਚਾਚਾ, ਬਹੁਤ ਮਾੜੀ ਗੱਲ ਆ ਤੇਰੇ ਵਾਸਤੇ। ਅੱਜ ਤੇਰਾ ਪਰਿਵਾਰ ਹੀ ਨਹੀਂ ਤੇਰੇ ਨਾਲ ਟੁੱਟਣਾ, ਸਾਰਾ ਪਿੰਡ ਟੁੱਟ ਜਾਊਗਾ। ਤੇ ਤੇਰੀ ਇਸ ਕਰਤੂਤ ਕਰਕੇ ਨਾ ਸਾਰਾ ਪਿੰਡ ਤੈਨੂੰ ਤਿਆਗ ਦੂਗਾ। ਮੂੰਹ ਤੇ ਥੁੱਕਣਗੇ ਲੋਕ ਤੇਰੇ। ਤੂੰ ਆਉਣ ਵਾਲੀਆਂ ਨਸਲਾਂ ਦਾ ਦੁਸ਼ਮਣ ਬਣ ਲੱਗਿਆ। ਕੀ ਲਾਲਚ ਦੇਤਾ ਉਹਨੇ ਤੈਨੂੰ ਇਹੋ ਜਿਹਾ? ਇਹ ਕਿਸੇ ਦੇ ਸਕੇ ਨਹੀਂ ਹੁੰਦੇ ਚਾਚਾ, ਪਰ ਤੇਰੇ ਸਕੇ ਟੁੱਟ ਜਾਣਗੇ ਤੇਰੇ ਨੂੰ। ਪਿਆਰ ਨਾਲ ਕਹਿੰਨੇ ਆ, ਮੰਨ ਜਾ ਚਾਚਾ, ਬਹੁਤ ਗਲਤ ਕੰਮ ਕਰ ਰਿਹਾ ਤੂੰ। ਠੀਕ ਕਹਿਣਾ ਤੂੰ ਭਤੀਜ, ਤੂੰ ਠੀਕ ਕਹਿਣਾ ਭਤੀਜ। ਬਹੁਤ ਵੱਡੀ ਗਲਤੀ ਹੋ ਗਈ ਮੇਥੋਂ। ਮੈਂ ਹੁਣੇ ਮੰਤਰੀ ਨੂੰ ਜਵਾਬ ਦੇ ਕੇ ਆਉਣਾ। ਹੁਣੇ ਚੱਲ। डैड, हाँ है मेरा प्रोजेक्ट। गुड, वेरी गुड। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਹੋਰ ਹੈਗੇ ਮੰਤਰੀ ਸਾਹਿਬ? ਹਾਂਜੀ ਹੈਗੇ। एक्सेलेंट बेटा, बहुत अच्छा है प्रोजेक्ट। ਸਤਿ ਸ਼੍ਰੀ ਅਕਾਲ ਮੰਤਰੀ ਸਾਹਿਬ। सत श्री अकाल नायब सिया, की हाल चाल है तेरे? आओ बैठो। बोल किवें आउणा होया? ਮੰਤਰੀ ਸਾਹਿਬ ਗੱਲ ਕਰਨੀ ਸੀ ਤੁਹਾਡੇ ਨਾਲ। हाँ करो। ਜਿਹੜੀ ਆਪਣੀ ਜ਼ਮੀਨ ਦੀ ਗੱਲ ਚੱਲਦੀ ਸੀ ਨਾ ਜੀ। हाँ, ਉਹਦੇ ਕਾਗਜ਼ ਪੱਤਰ ਅਸੀਂ ਸਾਰਾ ਕੁਝ ਤਿਆਰ ਕਰ ਲਿਆ। ਬਸ ਤੁਸੀਂ ਤਿਆਰ ਹੀ ਰਹੋ। ਤੁਸੀਂ ਸਮਝੇ ਨਹੀਂ ਜੀ। ਹਾਂ, ਉਹ ਜ਼ਮੀਨ ਮੈਂ ਤੁਹਾਨੂੰ ਨਹੀਂ ਦੇ ਸਕਦਾ। ਕਿਉਂ? ਸਾਡਾ ਘਰ ਟੁੱਟਦਾ ਜੀ। ਮੈਂ ਜਰਨੈਲ ਨੂੰ ਨਹੀਂ ਛੱਡ ਸਕਦਾ। ਮੈਨੂੰ ਬਹੁਤ ਫਿੱਟ ਲੰਘਦਾ ਪਈਆਂ। ਮੈਂ ਲਾਲਚ 'ਚ ਆ ਗਿਆ ਸੀ ਜੀ। ਹੋ ਸਕੇ ਮੈਨੂੰ ਮਾਫ ਕਰ ਦੇਣਾ। ਉਹ ਕਿਉਂ ਖੋਸਾ? ਮੈਂ ਤੁਹਾਨੂੰ ਕਿਹਾ ਸੀ ਨਾ ਮੰਤਰੀ ਸਾਹਿਬ, ਇਹ ਪਿਆਰ ਦੀ ਭਾਸ਼ਾ ਨਾਲ ਨਹੀਂ ਸਮਝਦੇ, ਇਹ ਸਾਰੇ ਛਿੱਤਰ ਨਾਲ ਸੂਤ ਆਉਂਦੇ ਆ। ਡੈਡ, ਹੁਣ ਕੀ ਬਣੂ? ਮੈਨੂੰ 50 ਸਾਲ ਹੋ ਗਏ ਸਿਆਸਤ 'ਚ। ਮੈਂ ਕੋਈ ਕੱਚੀਆਂ ਗੋਲੀਆਂ ਨਹੀਂ ਖੇਡਿਆ। ਹੁਣ ਉਹਦੀ ਜ਼ਮੀਨ ਵੀ ਜਾਊਗੀ ਤੇ ਜਾਨ ਵੀ। ਹੋਰ ਜਗਜੀਤ ਸਿੰਘ, ਕੀ ਹਾਲ ਚਾਲ ਹੈ ਤੇਰਾ? ਠੀਕ ਠਾਕ ਜੀ, ਕਿਰਪਾ ਵਾਹਿਗੁਰੂ ਦੀ। ਅੱਛਾ, ਤੇਰਾ ਪਿੰਡ ਮਢਾਕ ਹੈ, ਉੱਥੇ ਇੱਕ ਨਾਇਬ ਸਿੰਘ ਨਾਂ ਦਾ ਆਦਮੀ ਹੈ। ਉਹਦੇ ਨਾਲ ਜ਼ਮੀਨ ਦੀ ਗੱਲਬਾਤ ਮੇਰੀ ਚੱਲਦੀ ਸੀ। ਤੈਨੂੰ ਜਾਣਦੇ ਹੋ? ਹਾਂਜੀ ਹਾਂਜੀ, ਉਹ ਸਾਡੇ ਸਕਿਆਂ ਚੋਂ ਹੀ ਆ। ਅੱਛਾ, ਫਿਰ ਤਾਂ ਬਹੁਤ ਵਧੀਆ ਗੱਲ ਹੈ। ਤੂੰ ਸਾਡੇ ਨਾਲ ਕਾਫੀ ਦੇਰ ਤੋਂ ਰਹਿ ਰਹੇ ਹੈ। ਅਸੀਂ ਆਪਦੇ ਮੁੰਡੇ ਵਾਸਤੇ ਫੈਕਟਰੀ ਲਾਉਣੀ ਆ ਤੇਰੇ ਪਿੰਡ ਦੇ ਵਿੱਚ, ਤੇ ਤੂੰ
ਉਹਨੂੰ ਨਾਇਬ ਸਿੰਘ ਨੂੰ ਮਿਲ ਕੇ ਉਹ ਜ਼ਮੀਨ ਮੈਨੂੰ ਦਵਾ ਦੇ। ਉਹਨੂੰ ਕਿਸੇ ਨੇ ਉਂਗਲੀ ਲਾਤੀ। ਪਹਿਲਾਂ ਤਾਂ ਉਹ ਮੰਨ ਗਿਆ ਸੀਗਾ, ਹੁਣ ਥੋੜੀਆਂ ਜਿਹੀਆਂ ਅੱਖਾਂ ਜੀਆਂ ਫੇਰਦਾ ਲੱਗਦਾ। ਦੇਖੋ ਜੀ, ਮੈਂ ਇਸ ਕੰਮ 'ਚ ਮਦਦ ਨਹੀਂ ਕਰ ਸਕਦਾ। ਕਿਉਂ? ਬੇਸ਼ੱਕ ਉਹ ਸਾਡਾ ਸਕਾ ਹੈ। ਮੈਨੂੰ ਲੋਕ ਕੀ ਕਹਿਣਗੇ ਕਿ ਤੂੰ ਆਪਦੇ ਮੁਲਾਜ਼ਮ ਦਾ ਰੋਹ ਮਾਰ ਕੇ ਤੇ ਤੂੰ ਉਹ ਬੰਦੇ ਨੂੰ ਧੱਕਾ ਕਰਦਾ ਪਿਆ। ਮੈਂ ਇਹ ਕੰਮ ਨਹੀਂ ਕਰ ਸਕਦਾ। ਤੁਸੀਂ ਸੌਰੀ ਜੀ, ਇਸ ਕੰਮ ਦੇ ਵਿੱਚ ਮੈਂ ਨਹੀਂ ਤੁਹਾਡੀ ਕੋਈ ਮਦਦ ਕਰ ਸਕਦਾ। ਉਹ ਲੂਣ ਤਾਂ ਸਾਡਾ ਖਾਨਾ, ਤਰਫਦਾਰੀ ਤੂੰ ਪਿੰਡ ਵਾਲਿਆਂ ਦੀ ਕਰਦਾ। ਦੇਖ ਕਾਕਾ, ਮੇਰੇ ਗਵਰਨਮੈਂਟ ਨੇ ਡਿਊਟੀ ਲਾਈ ਆ, ਅਫਸਰਾਂ ਨੇ ਡਿਊਟੀ ਲਾਈ ਆ, ਤੇ ਮੈਂ ਜਿਹੜੀ ਆਪਦਾ ਕੰਮ ਮੈਂ ਇਹਨਾਂ ਦੀ ਪ੍ਰੋਡਕਸ਼ਨ ਵਾਸਤੇ ਲਾਈ ਆ, ਉਹ ਮੈਂ ਕੰਮ ਕਰਦਾ। ਮੈਂ ਆਪਦੀ ਇਮਾਨਦਾਰੀ ਨਾਲ ਕੰਮ ਕਰੀ ਜਾਂਦਾ। ਇਹੋ ਜਿਹੇ ਕੰਮ ਦੇ ਵਿੱਚ ਮੈਂ ਨਾ ਅੱਜ ਤੱਕ ਮਦਦ ਕੀਤੀ ਕਿਸੇ ਦੀ, ਨਾ ਮੈਂ ਕਰ। ਅੱਛਾ, ਨੂਣ ਪਾਣੀ ਤਾਂ ਸਾਡਾ ਖਾਨਾ ਹੈ, ਪੱਖ ਉਹਨਾਂ ਪਿੰਡ ਵਾਲਿਆਂ ਦਾ ਪੂਰਦਾ। ਭਾਵੇਂ ਤੇਰੇ ਉਤਰਾ ਰੋਕ ਗੱਡੀ, ਆਓ ਦੇਖ ਤੇਰਾ ਠਾਣਾ। ਤੇਰੀਆਂ ਸਭਾਵਾਂ ਦੀ ਸਾਨੂੰ ਲੋੜ ਨਹੀਂ, ਜਾ। ਉਹ ਤੇਰੇ ਵਰਗੇ 36 ਤੁਰੇ ਫਿਰਦੇ ਆ। ਮੈਂ ਕਰਦਾ ਐਸਐਸਪੀ ਨੂੰ ਫੋਨ, ਹੁਣੇ ਕਰਾਉਣਾ ਤੈਨੂੰ ਲੈਣ ਹਾਜ਼ਰ। ਵੱਡਾ ਬਣਿਆ, ਸਾਨੂੰ ਮੱਤਾ ਦਿੰਦਾ ਇਹ। ਫੋਨ ਕਰਨ ਦੀ, ਜਿੰਨੂੰ ਮਰਜ਼ੀ ਫੋਨ ਕਰਦੀ, ਮੈਂ ਕਿਸੇ ਤੋਂ ਡਰਦਾ ਨਹੀਂਗਾ। ਮੈਂ ਰਹੂੰਗਾ ਠੰਡਰ ਦਾ ਠੰਡਰ ਹੀ। ਜਗਜੀਤ ਸਿੰਘ ਨਾਂ ਹੈ ਮੇਰਾ। ਹਾਂ ਡੈਡੀ, ਬਹੁਤ ਵਧੀਆ ਕੀਤਾ। ਇਹੋ ਜਿਹੇ ਬੰਦੇ ਚੱਕ ਕੇ ਬਾਹਰ ਮਾਰੋ। ਹਾਂ ਪੁੱਤ, ਇਹ ਮੈਂ ਸਹੀ ਕੀਤਾ। ਆਪਾਂ ਤਾਂ ਮੌਤ ਦਾ ਸਮਾਨ ਨਾਲ ਲਈ ਫਿਰਦੇ ਸੀ। ਇਹ ਜੇ ਸਿਰ ਫਿਰੇ ਬੰਦੇ ਦਾ ਕੀ ਪਤਾ ਕਿਹੜੇ ਵੇਲੇ ਗੋਲੀ ਮਾਰਦੇ। ਉਹ ਤੁਸੀਂ ਆਪਣੇ ਨਕਸ਼ਾ ਆਇਆ ਵਾ ਸੀ, ਆ ਆਪਣੇ ਪ੍ਰੋਜੈਕਟ ਦੀ ਹੁਣ ਵੀਡੀਓ ਆਈ ਆ ਬਣ ਕੇ ਸਾਡੀ ਉੱਥੋਂ। ਤੇ ਆ ਵੇਖਿਓ, ਇੱਥੇ ਸਟੋਰ ਆਊਗਾ ਆਪਣਾ, ਠੀਕ ਆ। ਤੇ ਇੱਥੋਂ ਆਪਾਂ ਸਾਰਾ ਆਪਣਾ ਜੋ ਵੀ ਸਟੋਰ 'ਚ ਮਾਲ ਆ ਇੱਥੋਂ ਆਪਾਂ ਅੰਦਰ ਕਰਾਂਗੇ। ਤੇ ਇੱਥੇ ਵਗੈਰਾ ਸਿਕਿਉਰਿਟੀ ਗਾਰਡ। ਤੇ ਇੱਥੇ ਜੇ ਕਿਤੇ ਪਾਪਾ ਕਿਤੇ ਥੋੜੀ ਜਿਹੀ ਜ਼ਮੀਨ ਆਪਾਂ ਨੂੰ ਹੋਰ ਮਿਲ ਜਾਂਦੀ ਨਾ, ਤੇ ਬੜਾ ਹੀ ਮਜ਼ਾ ਆ ਜਾਣਾ ਸੀ। ਕੋਈ ਨਾ ਪੁੱਤਰਾ, ਜ਼ਮੀਨ ਦੀ ਫਿਕਰ ਨਾ ਕਰ ਤੂੰ। 10-50 ਕਿੱਲੇ ਤੈਨੂੰ ਹੋਰ ਲੈ ਦਿਆਂਗੇ। ਮੈਂ ਤੈਨੂੰ ਇਹ ਦੱਸਦਾ ਵੀ ਤੇਰੀ ਪ੍ਰਦੂਸ਼ਣ ਦੀ ਤੇ ਦੂਜੀਆਂ ਸਾਰੀਆਂ ਫਾਈਲਾਂ ਮੈਂ ਸਰਕਾਰ ਤੋਂ ਪਾਸ ਕਰਾਤੀਆਂ। ਮੰਤਰੀ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬੇਟਾ, ਸਤਿ ਸ੍ਰੀ ਅਕਾਲ। ਬੇਟਾ ਕਿਵੇਂ ਆਏ ਸੀ? ਮੰਤਰੀ ਸਾਹਿਬ, ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ। ਅੱਛਾ, ਆਓ ਬੈਠੋ ਬੇਟਾ। ਹਾਂਜੀ। ਹਾਂ ਕਮਲਜੀਤ, ਤੂੰ ਦੱਸ ਕੀ ਜ਼ਰੂਰੀ ਗੱਲ ਕਰਨੀ ਹੈ? ਮੰਤਰੀ ਸਾਹਿਬ, ਚਾਹੇ ਤੁਹਾਨੂੰ ਨਹੀਂ ਪਤਾ, ਅੱਜ ਸੱਥ 'ਚ ਜਰਨੈਲ ਤੇ ਨਾਇਬ ਦੀ ਲੜਾਈ ਹੋਈ ਹੈ। ਜਰਨੈਲ ਨੇ ਆਪਦੇ ਚਾਚੇ ਨੂੰ ਮਾਰਨ ਦੀ ਧਮਕੀ ਦਿੱਤੀ ਆ, ਉਹ ਵੀ ਸਾਰੇ ਪਿੰਡ ਸਾਹਮਣੇ। ਹਾਂ, ਉਹ ਤੇ ਫਿਰ ਸਾਡਾ ਕੀ ਫਾਇਦਾ? ਰਾਜੇ, ਫਾਇਦਾ ਕਿਉਂ ਨਹੀਂ ਹੈ? ਜਰਨੈਲ ਤਾਂ ਨਾਇਬ ਨੂੰ ਮਾਰਨ ਵਾਸਤੇ ਪਿੰਡ ਦੇ ਵਿੱਚ ਪਹਿਲੀ ਧਮਕੀ ਦੇ ਚੁੱਕਿਆ। ਆਪਾਂ ਨਾਇਬ ਨੂੰ ਮਾਰ ਦਿਆਂਗੇ ਤੇ ਉਹਦਾ ਕਤਲ ਜਰਨੈਲੇ ਦੇ ਜ਼ਿੰਮੇ ਪਾ ਦਿਆਂਗੇ। ਹਾਂ ਪਾਪਾ, ਤੁਹਾਡੀ ਗੱਲ ਤਾਂ ਸਹੀ ਆ। ਸਾਲਾ ਜ਼ਮੀਨ ਨੂੰ ਨਾ ਕਰਕੇ ਗਿਆ ਸੀ ਨਾ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਮੰਤਰੀ ਸਾਹਿਬ। ਕਤਲ ਤਾਂ ਤੁਸੀਂ ਕਰਾ ਦੂਗੇ 90 ਦਾ, ਪਰ ਸਾਬਤ ਕਿਵੇਂ ਕਰੋਗੇ ਵੀ ਇਹ ਜਰਨੈਲ ਸਿੰਘ ਨੇ ਕਤਲ ਕਰਿਆ? ਬਲਰਾਜ ਬਾਈ, ਸਾਬਤ ਵੀ ਆਪਾਂ ਕਰ ਦਿਆਂਗੇ। ਨਾਇਬ ਦੇ ਜਵਾਕ ਤੇ ਘਰਾਂ ਵਾਲੀ ਗਈ ਹੋਈ ਹੈ ਵਿਆਹ ਤੇ, 4 ਦਿਨ ਹੋ ਗਏ, ਤੇ ਰੋਟੀ ਜਾਂਦੀ ਹੈ ਜਰਨੈਲੇ ਦੇ ਘਰੋਂ। ਉਹ 9 ਵਜੇ ਆਉਂਦਾ ਤੇ ਆਪਾਂ ਇਹ ਕੰਮ 8:30 ਵਜੇ ਕਰ ਸਕਦੇ ਹਾਂ। ਜਦੋਂ ਜਰਨੈਲਾ ਆਊ ਤੇ ਕਤਲ ਤਾਂ ਸਾਬਤ ਹੋ ਹੀ ਜਾਣਾ। ਬਾਕੀ ਤੁਹਾਨੂੰ ਜਿਵੇਂ ਚੰਗਾ ਲੱਗਦਾ ਕਰ ਲਓ ਬਈ। ਮੁੰਡਿਓ, ਤੜਕੇ ਫਿਰ ਦਿਨ ਚੜ੍ਹਦੇ ਨੂੰ ਕੱਢ ਦਿਓ ਨਾਇਬ ਵਾਲਾ ਕੰਡਾ। ਗੱਲ ਸੁਣ ਦਿਲਾਵਰ ਸਿਆ, ਤੂੰ ਲੇਟ ਨਾ ਹੋ ਜੀ, ਤੂੰ ਟਾਈਮ ਤੇ ਪਹੁੰਚ ਜੀ। ਮੰਤਰੀ ਸਾਹਿਬ, ਤੁਸੀਂ ਆਪਣਾ ਕੰਮ ਟਾਈਮ ਨਾਲ ਕਰ ਦਿਓ, ਮੈਂ ਤਾਂ ਟਾਈਮ ਨਾਲ ਪਹੁੰਚ ਹੀ ਜਾਊਂ। ਓਏ ਅਸੀਂ ਤਾਂ ਉਹਨੂੰ ਟਾਈਮ ਨਾਲ ਹੀ ਗੱਡੀ ਚੜਾ ਦਿਆਂਗੇ, ਤੂੰ ਫਿਕਰ ਕਿਉਂ ਕਰਦਾ? ਹੈਲੋ, ਤੁਸੀਂ ਉੱਥੇ ਜਾ ਕੇ ਬਹਿ ਗਏ, ਮੇਰੀ ਰੋਟੀ ਪਾਣੀ ਦਾ ਵੀ ਕੋਈ ਆਰ-ਪਾਰ ਕਰਨਾ ਕਿ ਨਹੀਂ ਹੈ? ਮਿਲਣੀ? ਚੱਲ ਐ ਕਰੋ, ਮਿਲਣੀ ਕਰਾ ਕੇ ਆ ਜਾਓ ਛੇਤੀ। ਠੀਕ ਹੈ। ਮਿਲਣੀ ਤਾਂ ਮੈਂ ਤੇਰੀ ਕਰਾਉਣਾ ਯਮਰਾਜ ਨੂੰ। ਓਏ
ਜਵਾਨ ਦੇ ਕੇ ਮੁੱਕਰਨ ਵਾਲੇ ਦੀ ਇੱਥੇ ਕੋਈ ਲੋੜ ਨਹੀਂ। ਚੱਲ ਉੱਤੇ ਹੀ। ਦਿੰਦਾ ਸੀ ਲੈ ਜਾ ਸਾਲਿਆ ਹੁਣ ਹਿੱਕ ਤੇ ਰੱਖ ਕੇ ਫੈਕਟਰੀ ਤਾਂ ਲੱਗੂ ਹੀ ਲੱਗੂ ਸਾਲਾ। ਜਵਾਕਾਂ ਦੀ ਪੱਗ ਬੰਨਣੀ ਵੀ ਮਹਾਭਾਰਤੀ ਹੈ। ਚੱਲ ਠੀਕ ਹੈ, ਤੂੰ ਆਉਂ ਕਰ, ਆਪਾਂ ਦੋਨੇ ਕੰਮ ਕਰਦੇ ਆਂ ਤੇ ਤੂੰ ਮੈਨੂੰ ਮੂਲ ਮੰਤਰ ਸੁਣਾ, ਠੀਕ ਹੈ? ਸੁਣਾ ਦੇ ਫਿਰ, ਵਧੀਆ ਉੱਚੀ ਉੱਚੀ ਸੁਣਾਈ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਜੁਗਾਦਿ ਹੈਪੀ ਸਚ ਨਾਨਕ ਹੋਸੀ ਪੀ ਸਚ। ਵੈਰੀ ਗੁੱਡ, ਬਹੁਤ ਸੋਹਣਾ। ਗੋਬਿੰਦੇ ਮੁਕੰਦੇ ਮੁਕੰਦੇ ਪੁਰਾਰੇ ਪਾਰੇ ਹਰੀਆਂ ਕਰੀਆਂ ਨਾਮ ਕੰਮ ਨਿਰਨਾਮ में वेरी गुड, ठीक है? लास्ट ते कहना वाहिगुरु जी का खालसा वाहिगुरु जी की फतेह, ठीक है? बन गई रोटी? हाँ जी बस बन गई। हाँ जी सब्जी बन गई है ते तुसी चाचे नू बुला लियाओ ते मैं रोटी बनाउणी है। ਉਹਨੇ ਆਪਣੇ ਘਰੇ ਨਹੀਂ ਆਉਣਾ, ਤੂੰ ਰੋਟੀ ਉਹਦੇ ਡੱਬੇ 'ਚ ਪਾ ਦੇ, ਮੈਨੂੰ ਫੜਾਇਆ ਹੋਣਾ। ਕੱਲ ਤੂੰ ਮੈਂ ਜੀ ਹੋ ਗਈ ਨਾ ਉਹਦੇ ਸੱਥ 'ਚ, ਮੈਂ ਵੀ ਕੁਝ ਜ਼ਿਆਦਾ ਹੀ ਬੋਲ ਗਿਆ ਹੁਣ। ਕੱਲ ਤੁਹਾਡੀ ਤੂੰ ਮੈਂ ਦੇ ਵਿੱਚ ਚਾਚੇ ਨੇ ਸਾਰਾ ਦਿਨ ਨਹੀਂ ਰੋਟੀ ਖਾਧੀ। ਜਾਓ ਉਹਨੂੰ ਸੱਦ ਕੇ ਲਿਆਓ, ਮੈਂ ਗਰਮ ਗਰਮ ਲਾ ਕੇ ਦਿੰਦੀ ਆ। ਕੀ ਚਾਚੇ ਨੇ ਸਾਰਾ ਦਿਨ ਰੋਟੀ ਨਹੀਂ ਖਾਧੀ ਕੱਲ? ਹਾਏ ਓ ਰੱਬਾ, ਕੀ ਕਰ ਬੈਠਾ ਮੈਂ ਵੀ ਕੁਝ ਚਾਚੇ ਨੂੰ ਜ਼ਿਆਦਾ ਹੀ ਬੋਲ ਗਿਆ ਸੀ। ਤੂੰ ਆਉ ਕਰ, ਰੋਟੀ ਲਾ, ਮੈਂ ਚਾਚੇ ਨੂੰ ਲੈ ਕੇ ਆਉਣਾ, ਨਾਲੇ ਇਸੇ ਬਹਾਨੇ ਚਾਚੇ ਨੂੰ ਮਾਰ। ਚਾਚਾ ਘਰੇ ਆ? ਚਾਚਾ ਚਾਚਾ ਓਏ ਆ ਕੀ ਹੋ ਗਿਆ? ਚਾਚਾ ਕਰਤਾ ਉਹੀ ਕੰਮ, ਉੜੇ ਨਾ ਕਹੀਂ ਮੈਂ ਨਹੀਂ ਮਾਰਿਆ। ਓਏ ਕੀ ਕਰਤਾ ਜਰਨੈਲ? ਜਗਜੀਤ ਸਿੰਘ, ਮੈਨੂੰ ਤੇ ਜ਼ਿਆਦਾ ਰਿਸ਼ਤੇਦਾਰੀਆਂ ਪਾਉਣ ਦੀ ਲੋੜ ਨਹੀਂ। ਆਪ ਸਮਝ ਨਹੀਂ ਥਾਣੇ ਨੂੰ। ਇਹ ਕੀ ਹੋ ਰਿਹਾ? ਸੌਰੀ ਸਰ। ਉਹ ਮੇਰੀ ਗੱਲ ਤਾਂ ਸੁਣੋ ਤੁਸੀਂ। ਚੱਲ ਚਲੋ ਥਾਣੇ ਚੱਲ, ਤੈਨੂੰ ਉੱਥੇ ਦੱਸਾਂਗੇ। ਪਹਿਲਾਂ ਮੇਰੀ ਗੱਲ ਤਾਂ ਸੁਣੋ, ਮੈਂ ਬੇਕਸੂਰ ਮੈਂ ਕੁਛ ਨਹੀਂ ਕੀਤਾ। ਪੋਸਟਮਾਰਟਮ ਲਈ ਆਜੋ ਭੇਜੋ। ਮੇਰੀ ਤੁਸੀਂ ਗੱਲ ਕਿਉਂ ਨਹੀਂ ਸੁਣਦੇ? और ट्रैक्टर बड़ा सोना तेरा, बड़ा सोना है। मेरे पापा नहीं आए? हाँ हाँ बता, मैं उन्होंने मिल के आया। वो कहते सी ना मैं ਨੂਰ ਵਾਸਤੇ ਵੱਡਾ ਟਰੈਕਟਰ ਲੈ ਕੇ ਆਉਂਗਾ ਤੇ ਤੂੰ ਖੇਤਾਂ 'ਚ ਚਲਾਇਆ ਕਰੇਗਾ ਨਾ। ਆ ਉਹਨਾਂ ਨੇ ਜੂਸ ਭੇਜਿਆ, ਇਹਨੇ ਤੂੰ ਜੂਸ ਪੀ ਕੇ ਵੱਡਾ ਹੋ ਜਾ। अंकल मैं मम्मा ने भी कहूंगा पापा मेरे वास्ते बड़ा सारा ट्रैक्टर ले आएंगे। वाह क्या बात है। हे वाहिगुरु साडे यार ते मेहर करे। ਮੰਤਰੀ ਸਾਹਿਬ, ਮੈਂ ਤੁਹਾਡੇ ਨਾਲ ਜਰਨੈਲ ਬਾਰੇ ਗੱਲ ਕਰਨੀ ਸੀ, ਜਿਹੜਾ ਨੇਬੇ ਦੇ ਕਤਲ ਕੇਸ ਚੱਲ ਰਿਹਾ।
ਜੇ ਆਪਾਂ ਜਰਨੈਲ ਨੂੰ ਛੁਡਾ ਲੈਂਦੇ ਆ ਤਾਂ ਫਾਇਦੇ 'ਚ ਰਵਾਂਗੇ। ਉਹ ਕਿਵੇਂ? ਉਹ ਇਸ ਤਰ੍ਹਾਂ ਕਿ ਮੇਰੇ ਨਾਲੋਂ ਜ਼ਿਆਦਾ ਸਾਡੇ ਪਿੰਡ ਦੇ ਲੋਕ ਜਰਨੈਲ ਤੇ ਵਿਸ਼ਵਾਸ ਕਰਦੇ ਆ। ਨਾਲੇ ਆਪਾਂ ਪਿੰਡ ਵਾਲਿਆਂ ਦੀ ਹਮਦਰਦੀ ਲੈ ਲਾਂਗੇ, ਨਾਲੇ ਜਰਨੈਲ ਆਪਣੇ ਪੱਖ 'ਚ ਹੋ ਜੂ। ਸਰਪੰਚ ਸੋਚ ਤਾਂ ਤੇਰੀ ਠੀਕ ਹੈ। ਗੱਲ ਤਾਂ ਸੋਚਦੀ ਹੈ ਮੰਤਰੀ ਸਾਹਿਬ, ਪਿੰਡ ਵਾਲਿਆਂ ਦੀ ਤੇ ਜਰਨੈਲ ਦੀ ਸੋਚ ਆਪਸ ਵਿੱਚ ਬਹੁਤ ਮਿਲਦੀ ਹੈ। ਇਸ ਲਈ ਆਪਾਂ ਨੂੰ ਜਰਨੈਲ ਨੂੰ ਖਤਮ ਕਰਨ ਦੀ ਜੰਮਦੇ ਰੱਖਣ ਵਿੱਚ ਫਾਇਦਾ ਹੈ। ਮੈਨੂੰ ਲੱਗਦਾ ਹੈ ਸਰਪੰਚ ਤੂੰ ਰਾਜਨੀਤੀ ਦੇ ਗੁਣ ਸਿੱਖਦਾ ਜਾਂਦਾ। ਕੀ ਕਰੀਏ ਜੀ, ਰਾਜਨੀਤੀ ਵਿੱਚ ਆਉਣ ਵਾਸਤੇ ਘੱਟੋ ਘੱਟ ਬੰਦੇ ਨੂੰ ਰਾਜਨੀਤੀ ਦਾ ਊੜਾ ਤਾਂ ਆਉਣਾ ਚਾਹੀਦਾ। ਇਸ ਲਈ ਮੈਂ ਕਹਿੰਦਾ ਕਿ ਜੇ ਆਪਾਂ ਜਰਨੈਲ ਨੂੰ ਰਿਹਾ ਕਰਵਾ ਲੈਂਦੇ, ਜੇ ਆਪਾਂ ਜਰਨੈਲ ਦੀ ਜ਼ਮਾਨਤ ਕਰਾ ਲੈਂਦੇ ਤਾਂ ਪਿੰਡ ਵਾਲਿਆਂ ਨੂੰ ਕਹਿ ਪਾ ਕੇ ਜ਼ਮੀਨਾਂ ਆਪਾਂ ਨੂੰ ਦਵਾ ਦੇ। ਉਹ ਸਰਪੰਚਾ ਜੇ ਤੂੰ ਸਾਨੂੰ ਜ਼ਮੀਨ ਦਵਾਤੀ ਤਾਂ ਅਗਲੇ ਵਾਰੀ ਚੇਅਰਮੈਨੀ ਤੇਰੀ ਆ। ਭਾਈ ਜੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਚਾਚਾ ਜੀ ਨਾਲ ਭਲਾ ਕਿਸੇ ਦਾ ਕੀ ਵੈਰ ਵਿਰੋਧ ਹੋ ਸਕਦਾ? ਉਹਨਾਂ ਨਾਲ ਕਿਸੇ ਨੇ ਕੀ ਦੁਸ਼ਮਣੀ ਕੱਢੀ? ਚਾਚੇ ਦਾ ਤਾਂ ਵਿਚਾਰੇ ਦਾ ਕਿਹੜਾ ਦੁਸ਼ਮਣ ਆ ਯਾਰ, ਦੁਸ਼ਮਣੀ ਤਾਂ ਕੋਈ ਆਪਣੇ ਨਾਲ ਹੀ ਕੱਢ ਗਿਆ। ਬਾਈ ਮੈਨੂੰ ਤਾਂ ਐਂ ਲੱਗਦਾ ਹੈ ਕੋਈ ਇਸ ਗੱਲ ਦਾ ਤੀਜਾ ਬੰਦਾ ਹੀ ਫਾਇਦਾ ਉਠਾ ਗਿਆ। ਪਰ ਬਾਈ ਇਹੀ ਤਾਂ ਗੱਲ ਸਮਝਣ ਵਾਲੀ ਹੈ ਨਾ, ਉਹ ਤੀਜਾ ਕੌਣ ਆ? ਸਾਨੂੰ ਤਾਂ ਮੰਤਰੀ ਤੇ ਸ਼ੱਕ ਸੀ, ਪਰ ਉਹੀ ਬੰਦੇ ਤਾਂ ਬਾਈ ਜੀ ਤੁਹਾਡੀ ਜ਼ਮਾਨਤ ਕਰਾ ਕੇ ਲਿਆਏ ਆ, ਫਿਰ ਉਹ ਤਾਂ ਹੋ ਨਹੀਂ ਸਕਦੇ। ਫਿਰ ਇਹ ਤੀਜਾ ਬੰਦਾ ਕੌਣ ਆ? ਲਓ ਬਾਈ ਜੀ ਸਰਪੰਚ ਸਾਹਿਬ ਵੀ ਆ ਗਏ। ਸਤਿ ਸ਼੍ਰੀ ਅਕਾਲ ਸਰਪੰਚ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਆਪ ਬੈਠੋ ਜੀ। ਠੀਕ ਹੈ, ਆਓ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਓਕੇ, ਠੀਕ ਹੈ। ਬੈਠੋ। ਹੋਰ ਜਰਨੈਲ ਠੀਕ ਹੈ? ਬਸ ਠੀਕ ਹੈ ਸਰਪੰਚ ਸਾਹਿਬ, ਤੁਹਾਡੀ ਬਦੌਲਤ ਅੱਜ ਘਰੇ ਬੈਠੇ ਆ। ਬਾਈ ਜੀ ਆਪਾਂ ਨੂੰ ਸਰਪੰਚ ਸਾਹਿਬ ਦਾ ਤਾਂ ਖਾਸ ਤੌਰ ਤੇ ਧੰਨਵਾਦ ਕਰਨਾ ਚਾਹੀਦਾ, ਕਿਉਂਕਿ ਇਹਨਾਂ ਦੀ ਬਦੌਲਤ ਹੀ ਤੁਸੀਂ ਅੱਜ ਘਰੇ ਬੈਠੇ ਹੋ। ਜਦੋਂ ਅਸੀਂ ਜਾ ਕੇ ਇਹਨਾਂ ਨੂੰ ਕਿਹਾ, ਇਹਨਾਂ ਨੇ ਪੈਰ ਜੁੱਤੀ ਨਹੀਂ ਜੀ ਪਾਈ, ਤੇ ਤੁਹਾਡੀ ਜ਼ਮਾਨਤ ਕਰਾਉਣ 'ਚ ਇਹਨਾਂ ਦਾ ਬਹੁਤ ਵੱਡਾ ਹੱਥ ਹੈ। ਅਸੀਂ ਤਾਂ ਤੁਹਾਡਾ ਧੰਨਵਾਦ ਕਰਦੇ ਹਾਂ ਸਰਪੰਚ ਸਾਹਿਬ। ਨਹੀਂ ਨਹੀਂ, ਧੰਨਵਾਦ ਵਾਲੀ ਕਿਹੜੀ ਗੱਲ ਹੈ, ਇਹ ਤਾਂ ਫਰਜ਼ ਹੀ ਬਣਦਾ ਹੁੰਦਾ ਨਾ ਆਪਣਾ। ਜੇ ਇਹ ਗੱਲ ਹੈ ਵੀ ਜਦੋਂ ਮੈਨੂੰ ਪਤਾ ਲੱਗਿਆ ਵੀ ਆਹ ਭਾਣਾ ਵਰਤ ਗਿਆ, ਮੈਨੇ ਤਾਂ ਰੋਟੀ ਆਣਾਂਗੇ, ਮੈਂ ਫਟਾਫਟ ਮੰਤਰੀ ਸਾਹਿਬ ਕੋਲੇ ਗਿਆ। ਜਦੋਂ ਮੈਂ ਇਹਨਾਂ ਕੋਲੇ ਗਿਆ ਤੇ ਜਾ ਕੇ ਮੈਂ ਦੱਸਿਆ ਵੀ ਸਾਡੇ ਪਿੰਡ ਦੇ ਇੱਕ ਬੰਦੇ ਨਾਲ ਨਾਇਨਸਾਫੀ ਹੋ ਰਹੀ ਹੈ। ਕਹਿੰਦੇ ਕਤਰ ਸਿਆ ਜੇ ਤੂੰ ਕਹਿ ਰਿਹਾ ਤਾਂ ਗੱਲ ਸੱਚੀ ਹੋਊਗੀ। ਬਈ ਨਾਲ ਦੀ ਨਾਲ ਤੁਰ ਪਿਆ ਬੰਦਾ, ਅੱਗਾ ਨਹੀਂ ਵੇਖਿਆ ਪਿੱਛਾ ਨਹੀਂ ਵੇਖਿਆ, ਮਹਿੰਗੇ ਤੋਂ ਮਹਿੰਗਾ ਵਕੀਲ ਕੀਤਾ ਤਾਂ ਬਈ ਜੀ ਇਹ ਜ਼ਮਾਨਤ ਹੋਈ, ਨਹੀਂ ਤਾਂ ਹੋਣੀ ਨਹੀਂ ਸੀ। ਬਹੁਤ ਔਖਾ ਕੰਮ ਸੀ ਇਹ। ਸਰਪੰਚ ਸਾਹਿਬ ਤੁਹਾਡਾ ਇਹਸਾਨ ਮੈਂ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ। ਜਿਹੜਾ ਮੈਂ ਫਸਿਆ ਸੀ ਨਾ ਉਹ ਮੈਂ ਹੀ ਜਾਣਦਾ। ਤੁਸੀਂ ਮੇਰੀ ਜ਼ਮਾਨਤ ਕਰਾ ਕੇ ਬਸ ਮੈਨੂੰ ਮੁੱਲ ਹੀ ਲੈ ਲਿਆ। ਓਏ ਆਹ ਹੀ ਤਾਂ ਅਸੀਂ ਚਾਹੁੰਦੇ ਸੀ। ਨਹੀਂ ਨਹੀਂ ਜਰਨੈਲ ਸਿਆ, ਅਹਿਸਾਨ ਵਾਲੀ ਕਿਹੜੀ ਗੱਲ ਹੈ, ਹਾਲੇ ਤਾਂ ਜ਼ਮਾਨਤ ਹੀ ਹੋਈ ਹੈ। ਮੈਂ ਮੰਤਰੀ ਸਾਹਿਬ ਨੂੰ ਕਹਿ ਕੇ ਬਰੀ ਕਰਾਉਣਾ, ਤੇ ਨਾਲੇ ਮੰਤਰੀ ਸਾਹਿਬ ਕਿਹੜਾ ਆਪਣੇ ਤੋਂ ਬਾਹਰ ਹੈ। ਕਹਿੰਦੇ ਕਤਰ ਸਿਆ ਜਿਵੇਂ ਤੂੰ ਕਹੇਗਾ ਉਵੇਂ ਹੀ ਹੂੰ। ਮੰਤਰੀ ਸਾਹਿਬ ਵੀ ਬਹੁਤ ਚੰਗੇ। ਇੱਕ ਗੱਲ ਹੋਰ ਹੈ ਬਾਈ ਜੀ, ਆਪਾਂ ਨੂੰ ਮੰਤਰੀ ਸਾਹਿਬ ਨੂੰ ਮਿਲ ਕੇ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ, ਫਰਜ਼ ਬਣਦਾ ਬਾਈ ਜੀ ਆਪਣਾ। ਪੂਰਾ ਹੀ ਫਰਜ਼ ਬਣਦਾ। ਮੰਤਰੀ ਸਾਹਿਬ ਆਪਣੇ ਕੰਮ ਆਏ ਆ, ਆਪਾਂ ਨੂੰ ਉਹਨਾਂ ਦੇ ਕੰਮ ਆਉਣਾ ਚਾਹੀਦਾ। ਤੁਸੀਂ ਪ੍ਰੋਗਰਾਮ ਬਣਾ ਲਓ, ਆਪਾਂ ਮਿਲ ਆਉਣਾ ਜਾ ਕੇ ਕਿਸੇ ਦਿਨ। ਮੰਤਰੀ ਸਾਹਿਬ ਕਿਹੜੇ ਆਪਣੇ ਤੋਂ ਬਾਹਰ ਹੈ। ਜ਼ਰੂਰ ਸਰਪੰਚ ਸਾਹਿਬ, ਬਣਾਓ ਪ੍ਰੋਗਰਾਮ, ਚੱਲੇ ਹੋਣੇ ਫਿਰ ਆਪਾਂ। ਚੱਲ ਚੰਗਾ ਮੁੰਡਿਓ, ਤੁਸੀਂ ਕਰੋ ਗੱਲਾਂ ਬਾਤਾਂ, ਮੈਂ ਥਾਣੇ ਜਾ ਕੇ ਆਉਣਾ ਕਿਸੇ ਮਸਲੇ 'ਚ। ਠੀਕ ਹੈ ਜੀ, ਚਲੋ ਠੀਕ ਹੈ। ਸਤਿ ਸ਼੍ਰੀ ਅਕਾਲ। ਚੰਗਾ, ਸਤਿ ਸ਼੍ਰੀ ਅਕਾਲ। ਹਾਂ ਬਈ ਸਿੰਮੇ, ਕਿਵੇਂ ਬੁਲਾਇਆ ਸੀ? ਬਾਈ ਜੀ ਤੁਹਾਨੂੰ ਇੱਥੇ ਬੁਲਾਉਣ ਦਾ ਇੱਕੋ ਹੀ ਕਾਰਨ ਸੀ ਕਿ ਤੁਹਾਡਾ ਸ਼ੱਕ ਬਿਲਕੁਲ ਸਹੀ ਸੀ ਬਾਈ ਜੀ। ਮੈਂ ਸਮਝਿਆ ਨਹੀਂ ਯਾਰ, ਕੀ ਮਤਲਬ ਤੇਰਾ? ਇਹੀ ਗੱਲ ਦੱਸਣੀ ਸੀ ਬਾਈ ਜੀ ਕਿ ਫੈਕਟਰੀ ਤਾਂ ਉਹ ਲਾਉਣਗੇ, ਅੱਛਾ, ਬਾਕੀ ਫੈਕਟਰੀ ਵਾਸਤੇ ਜ਼ਮੀਨ ਦੇਣ ਤੋਂ ਜਿਹੜਾ ਵੀ ਉਹਨਾਂ ਨੂੰ ਇਨਕਾਰ ਕਰਦਾ ਨਾ, ਉਹਦਾ ਕਤਲ ਕਰ ਦਿੰਦੇ ਆ, ਤੇ ਉਹਦੇ ਕਤਲ ਨੂੰ ਬੜੀ ਸਫਾਈ ਨਾਲ ਆਤਮ ਹੱਤਿਆ ਦਾ ਰੂਪ ਦੇ ਦਿੰਦੇ ਆ। ਨਾਲੇ ਬਾਈ ਜੀ ਇੱਕ ਸੱਚਾਈ ਮੈਂ ਤੁਹਾਨੂੰ ਹੋਰ ਦੱਸਣੀ ਚਾਹੁੰਦਾ ਕਿ ਤੁਹਾਡੇ ਚਾਚੇ ਦਾ ਕਤਲ ਵੀ ਉਹਨਾਂ ਨੇ ਕਰਵਾਇਆ ਸੀ, ਤੇ ਉਸ ਕਤਲ ਵਿੱਚ ਤੁਹਾਨੂੰ ਜਾਣ ਬੁੱਝ ਕੇ ਫਸਾਇਆ ਗਿਆ ਸੀ, ਕਿਉਂਕਿ ਤੁਸੀਂ ਉਹਨਾਂ ਦੇ ਕੰਮਾਂ 'ਚ ਦਖਲਅੰਦਾਜ਼ੀ ਜ਼ਿਆਦਾ ਹੀ ਕਰਨ ਲੱਗ ਪਏ ਸੀ।
ਤੇ ਹੁਣ ਜ਼ਮਾਨਤ ਕਰਾਉਣ ਵਾਲੇ ਵੀ ਉਹੀ ਆ, ਕਿਉਂਕਿ ਉਹ ਤੁਹਾਡਾ ਭਰੋਸਾ ਜਿੱਤਣਾ ਚਾਹੁੰਦੇ ਆ। ਉਹ ਚਾਹੁੰਦੇ ਆ ਕਿ ਤੁਸੀਂ ਉਹਨਾਂ ਦੇ ਵਿਸ਼ਵਾਸ ਕਰੋ। ਇਸ ਕਰਕੇ ਤੁਹਾਡੀ ਜ਼ਮਾਨਤ ਵੀ ਹੁਣ ਉਹਨਾਂ ਨੇ ਕਰਾਈ ਆ। ਬਹੁਤ ਵੱਡੀ ਚਾਲ ਆ ਬਾਈ ਜੀ, ਇਹ ਬਹੁਤ ਵੱਡੀ ਚਾਲ। ਤਾਂ ਇਹ ਪੂਰੀ ਸਾਜ਼ਿਸ਼ ਦੇ ਪਿੱਛੇ ਇਹਨਾਂ ਦਾ ਹੱਥ ਸੀ। ਫੇਰ ਤਾਂ ਬਾਈ ਆਪਾਂ ਨੂੰ ਕੁਛ ਨਾ ਕੁਛ ਕਰਨਾ ਹੀ ਪਊ। ਗੱਲ ਤਾਂ ਤੇਰੀ ਸਹੀ ਹੈ ਅੰਗਰੇਜ਼, ਗਿਰੇ ਹੋਏ ਤਾਂ ਪਹਿਲਾਂ ਹੀ ਸੀ, ਪਰ ਮੈਨੂੰ ਨਹੀਂ ਪਤਾ ਸੀ ਇੱਕ ਜ਼ਮੀਨ ਦੇ ਟੁਕੜੇ ਪਿੱਛੇ ਉਹ ਮੇਰੇ ਚਾਚੇ ਨੂੰ ਮਾਰ ਦੇਣਗੇ। ਪਰ ਜੇ ਇਹਨਾਂ ਦਾ ਨਾ ਕੁਛ ਕੀਤਾ ਨਾ ਤੇ ਇੱਕ ਦਿਨ ਇਹ ਸਾਰੇ ਪਿੰਡ ਨੂੰ ਮਾਰ ਦੇਣਗੇ। ਹੁਣ ਤਾਂ ਇਹਨਾਂ ਦਾ ਕੁਛ ਨਾ ਕੁਛ ਕਰਨਾ ਹੀ ਪਊ। ਭਾਈ ਗੱਲ ਤਾਂ ਤੇਰੀ ਠੀਕ ਹੈ, ਪਰ ਆਪਾਂ ਇਸ ਮਸਲੇ 'ਚ ਕਰ ਵੀ ਕੀ ਸਕਦੇ ਹਾਂ? ਕਰ ਕਿਉਂ ਨਹੀਂ ਸਕਦੇ? ਉਹ ਸਰਾਸਰ ਸਾਡੇ ਤੇ ਜ਼ੁਲਮ ਕਰ ਰਹੇ ਆ। ਅਸੀਂ ਲੜਾਂਗੇ। ਸਾਡੇ ਪੁਰਖਾਂ ਨੇ ਵੀ ਸਾਨੂੰ ਇਹੀ ਸਿਖਾਇਆ ਕਿ ਜ਼ੁਲਮ ਦੇ ਖਿਲਾਫ ਹਮੇਸ਼ਾ ਲੜਦੇ ਰਹੋ ਤੇ ਅੱਗੇ ਵਧਦੇ ਰਹੋ। ਕਿਹੜੀਆਂ ਭੋਲੀਆਂ ਗੱਲਾਂ ਕਰਦਾ ਬਾਈ? ਪੁਲਿਸ ਉਹਨਾਂ ਦੀ, ਮੰਤਰੀ ਉਹਨਾਂ ਦੇ, ਗੁੰਡਾਗਰਦੀ ਉਹਨਾਂ ਦੀ, ਭਲਾਂ ਦੀ ਆਪਣਾ ਉਹਨਾਂ ਨਾਲ ਕੀ ਮੁਕਾਬਲਾ? ਫਿਰ ਕੀ ਹੋ ਗਿਆ ਜੇ ਉਹਨਾਂ ਕੋਲੇ ਗੁੰਡੇ ਆ, ਮੰਤਰੀ ਆ ਤੇ ਪੁਲਿਸ ਵੀ ਉਹਨਾਂ ਦਾ ਸਾਥ ਦਿੰਦੀ ਹੈ? ਜੇ ਅਸੀਂ ਸਿੱਧੇ ਨਹੀਂ ਲੜ ਸਕਦੇ ਉਹਨਾਂ ਨਾਲ ਤਾਂ ਅਸੀਂ ਦਿਮਾਗ ਨਾਲ ਲੜਾਂਗੇ। ਪਰ ਫਿਰ ਵੀ ਬਾਈ, ਆਪਾਂ ਕਿਸ ਤਰ੍ਹਾਂ ਲੜਾਂਗੇ ਉਹਨਾਂ ਨਾਲ? ਕਿਵੇਂ ਲੜਾਂਗੇ ਆਪਾਂ ਉਹਨਾਂ ਦੇ ਨਾਲ? ਪਲੈਨਿੰਗ ਨਾਲ। ਪਲੈਨਿੰਗ ਨਾਲ? ਪਰ ਕਿਹੜੀ ਪਲੈਨਿੰਗ ਨਾਲ ਲੜਾਂਗੇ ਬਾਈ ਆਪਾਂ ਉਹਨਾਂ ਨਾਲ? ਉਹ ਤੁਹਾਨੂੰ ਮੈਂ ਦੱਸਦਾ। ਅੱਜ ਤੋਂ ਸਾਡਾ ਮਿਸ਼ਨ ਸਟਾਰਟ। ਹੁਣ ਮਿਲ ਕੇ ਕਰਾਂਗੇ ਨਾ ਜ਼ਾਲਮਾਂ ਦਾ ਖਾਤਮਾ। ਥਾਣੇਦਾਰਾ, ਆ ਸਾਰੀ ਜ਼ਮੀਨ ਆਪਾਂ ਕਬਜ਼ੇ 'ਚ ਲੈ ਲਈ ਆ ਤੇ ਇਸੇ ਕਰਕੇ ਤੈਨੂੰ ਇੱਥੇ ਅੱਜ ਪਾਰਟੀ ਤੇ ਬੁਲਾਇਆ। ਓ ਵਾਹ ਬਾਈ ਵਾਹ ਬਾਈ, ਵਧਾਈਆਂ। ਦੇਰ ਕਾਦੀ, ਫਿਰ ਕਰ ਸ਼ੁਰੂ। और मंत्री साहब का की हाल है? बहुत बढ़िया थानेदारा। हम तो बाबा दिन होए गेड़ा नहीं वजह मंत्री साहब कोले। वो इस तरह ही तुहानू पता बिजी लाइफ आ ते कितने कितने मीटिंग चलती रहिंदी है। एक थानेदारा यार, असी आपदे वाले सिस्टमां ते बहुत गोलियां चलाइयां। हुण अज दा जी करदा कि सरकारी असले नाल भी गोली चला के वेखीए। चला ला भाई, जिन्नियां मर्जी चला, पर रहन दे यार। सुनिया थोड़े तो सरकारी जो गोलियां चलाने ओदा गोलियां दा हिसाब पुछदे आ। ओए यार भैया की गल करती, मैं कोई रंगरूट नहीं, मौके दा थानेदार हां थानेदार। नाले किसी ने मैथों गोलियां दा हिसाब पुछ लू, मरना फिर चला ही लेने आ। चला। वाह भाई वाह। यार थानेदारा बोल भाई। ये तो यार सारियां गोलियां चल गईयां। फिर की गल आ भाई, क्यों परवाह करदा है? गड्डी दे विच 2 मैगजीन होर पए आ, तेरा मन खुश हो गया। हां भाई, बस फिर होर की चाहिदा है? चल ला फिर एक होर पैग। ਮੁੱਲ ਤਾਂ ਪਹਿਲਾਂ ਹੀ ਨਹੀਂ ਦਿੱਤੇ ਦਿਲੀਏ ਸਾਡੀਆਂ ਫਸਲਾਂ ਦੇ, ਕਿਉਂ ਖਤਮ ਕਰਨ ਤੇ ਲੱਗੀਆਂ ਤੋਰੇ ਸਾਡੀਆਂ ਨਸਲਾਂ ਦੇ। ਮੁੱਲ ਭਰਨਾ ਪੈਣਾ ਤੈਨੂੰ ਕੀਤੇ ਅਤਿਆਚਾਰਾਂ ਦਾ, 21 ਦੀ 31 ਮੋੜੂ। ਅੰਗਰੇਜ਼ ਬਾਈ ਨੂੰ ਫੋਨ ਕਰ,
ਸ਼ਿਕਾਰ ਤਿਆਰ ਹੈ। ਹਾਂ ਹਾਂ ਮੈਂ ਕਰਦਾ ਬਾਈ ਨੂੰ ਫੋਨ। ਹੈਲੋ ਬਾਈ ਸ਼ਿਕਾਰ ਤਿਆਰ ਆ, ਮਿੱਟੀ ਨਾਲ ਆ ਜਾ। ਮਿੱਟੀ ਹੋ ਕੇ ਚੰਡਿਆ ਪੋਤੇ ਹਾੜਾਂ ਨੇ, ਮੁੱਲ ਨਾ ਪਾਇਆ ਜਣਸਾਂ ਦਾ ਤੇਰੇ ਨੀਤੀ ਕਾੜਾਂ ਨੇ। ਦੋਗਲਾ ਰਿਆ ਕਿਸਾਨਾਂ ਲਈ ਫਰਮਾਨ ਸਰਕਾਰਾਂ ਦਾ, 21 ਦੀ 31 ਮੋੜੂ ਏਕਾ ਜ਼ਿਮੀਂਦਾਰਾਂ ਦਾ, 21 ਦੀ 31। ਓਏ ਆ ਕਿਹੜਾ ਕੰਬਲ ਲਈ ਤੁਰਿਆ ਜਾਂਦਾ ਹੈ? ਉਹ ਛੱਡ ਯਾਰ, ਹੋਊਗਾ ਕੋਈ, ਤੂੰ ਪੈਗ ਲਾ। ਉਹ ਨਹੀਂ ਬਾਈ ਨਹੀਂ, ਇੰਨੀ ਗਰਮੀ 'ਚ ਕੰਬਲ ਤੇ ਨਾਲੇ ਉਹ ਵੀ ਪੈਂਟ। ਗੱਲ ਸੁਣ ਓਏ, ਰੁਕ। ਉਹ ਤੈਨੂੰ ਸੁਣਿਆ ਨਹੀਂ? ਰੁਕ ਇਧਰ ਆ, ਕੰਬਲ ਲਾ। ਉਹ ਲਾ ਕੰਬਲ, ਸੁਣਦਾ ਨਹੀਂ? मैं जगदेव ओ मंत्री दा मुंडा ओ यार ਅਸੀਂ ਤਾਂ ਤੇਰੀ ਜ਼ਮਾਨਤ ਕਰਾਈ ਸੀ ਤੇ ਤੂੰ ਮੇਰੇ ਤੇ ਗੋਲੀ ਚਲਾਈ ਜਾਂਦਾ। ਓਏ ਮੈਂ ਕੀ ਕੀਤਾ? ਕੀ ਕੀਤਾ? ਓਏ ਜੋ ਕੁਛ ਤੁਸੀਂ ਕੀਤਾ ਤੁਹਾਨੂੰ ਤਾਂ ਡਰਖਾਂ 'ਚ ਵੀ ਜਗ੍ਹਾ ਨਹੀਂ ਮਿਲਣੀ। ਤੁਸੀਂ ਮੇਰੇ ਰੱਬ ਵਰਗੇ ਚਾਚੇ ਨੂੰ ਮਾਰਿਆ, ਚਾਚੇ ਨੂੰ। ਭਾਈ ਮਾਰਾਂ ਗੋਲੀ? ਨਹੀਂ ਯਾਰਾ, ਇਹਨਾਂ ਨੂੰ ਇੰਨੀ ਸੌਖੀ ਮੌਤ ਨਹੀਂ ਮਾਰਨਾ। ਜਿਵੇਂ ਸਾਡੇ ਚਾਚੇ ਨੂੰ ਤੜਫਾ ਤੜਫਾ ਕੇ ਮਾਰਿਆ, ਇਹਨਾਂ ਨੂੰ ਵੀ ਤੜਫਾ ਤੜਫਾ ਕੇ ਮਾਰਾਂਗੇ। जरनैल ने किया सारा कुछ, जरनैल ने जरनैल मेरी अक्खां सामने पेश करो। ओ तैनू क्या सी मंत्रिया भी छित्र नाल लोट आउंदे आ, पर तुसीं किहड़े मंनदे आ? मंत्री साहब, जरनैल ने जगदेव दा कतल करके अपनी मौत नूं सदा दिता। अपनी मौत नूं नहीं, पूरे खानदान दी मौत नूं सदा दिता। कला कला जी ना मारिया जरनैल दा तां मेरा नाम ही कत्तर सरपंच नहीं, कत्तर सरपंच। की हो गया? की गल हो गई? बोलता सी, गल की है? की गल हो गई? दस। मंत्री दे गुंडे
ਚੱਕ ਕੇ ਲੈ ਗਏ। ਨਾਲ ਉਹ 71 ਸਰਪੰਚ ਵੀ ਸੀ। ਓਏ ਤੁਸੀਂ ਮੇਰੇ ਪੁੱਤ ਨੂੰ ਮਾਰਿਆ। ਹੁਣ ਪਤਾ ਲੱਗੂ ਜਦੋਂ ਤੁਹਾਡੇ ਨਾਲ ਪੰਜ ਮੂਰੇ ਨੇ ਰਚੇ। ਓਏ ਕਰ ਵੱਡੇ ਸੂਰਮੇ ਚ ਤੇਜੇ ਨੂੰ ਫੋੜ ਲਾਉਣਾ ਓਏ ਜਰਨੈਲ, ਤੈਨੂੰ ਪਤਾ ਲੱਗ ਹੀ ਗਿਆ ਹੋਣਾ ਮੈਂ ਤੈਨੂੰ ਫੋਨ ਕਿਉਂ ਲਾਇਆ। ਤੇਰੇ ਦੋਸਤ ਤੇਰੇ ਬੱਚੇ ਸਾਡੇ ਕਬਜ਼ੇ 'ਚ ਆ। ਜਲਦੀ ਆ ਜਾ ਪੁਰਾਣੇ ਸ਼ੈਲਰ ਤੇ, ਨਹੀਂ ਤੈਨੂੰ ਇੱਥੇ ਲਾਸ਼ਾਂ ਦੇ ਢੇਰ ਮਿਲਣਗੇ। ਤੁਹਾਡੀ ਦੁਸ਼ਮਣੀ ਮੇਰੇ ਨਾਲ ਨਾ, ਮੈਂ ਹੁਣੇ ਆ। ਬੱਚਿਆਂ ਨੂੰ ਕੁਛ ਨਾ ਕਿਉ, ਕੁਛ ਨਹੀਂ ਹੁੰਦਾ। ਤੂੰ ਘਬਰਾ ਨਾ, ਮੈਂ ਲੈ ਕੇ ਆਉਣਾ ਨਾ, ਮੈਂ ਲੈ ਕੇ ਘਬਰਾ ਨਾ। ਛਡਾਲਾ ਇੱਥੋਂ। ਲਓ ਜੀ, ਤੁਹਾਡਾ ਸ਼ਿਕਾਰ ਆ ਗਿਆ। ਸਰਪੰਚ ਇਹਨਾਂ ਨੂੰ ਕਰਦੇ ਕਮਰੇ 'ਚ ਬੰਦ। ਨਾ 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 ਨਾ, ਇਸ ਤਰ੍ਹਾਂ ਨਹੀਂ ਹੋਣਾ ਜੀ। ਜੇ ਇਸ ਤਰ੍ਹਾਂ ਹੋ ਗਿਆ ਤਾਂ ਇਹਨਾਂ ਨੇ ਤਾਂ ਜਾ ਕੇ ਮੇਰੀ ਮਿੱਟੀ ਪਲੀਤ ਕਰ ਦੇਣੀ ਪਿੰਡ 'ਚ। ਮੈਂ ਤਾਂ ਕਹਿੰਦਾ ਸੱਪ ਦੇ ਨਾਲ ਸਪੋਲੀਏ ਵੀ ਰਗੜ ਦਈਏ। ਜਾਂ ਐਂ ਕਰਦੇ ਆ, ਇਹਨਾਂ ਨੂੰ ਕਮਰੇ 'ਚ ਬੰਦ ਕਰ ਦਿੰਦੇ ਆ। ਇਹਨਾਂ ਦੀਆਂ ਸੰਗੀਆਂ ਤਾਂ ਮੈਂ ਆਪੇ ਨੱਪ ਦੂੰਗਾ। ਖੋਲੋ। ਠੀਕ ਹੈ, ਓਕੇ ਓਕੇ ਓਕੇ। ਡੈਡੀ। ਹਾਂ ਬੇਟਾ। ਡੈਡੀ ਮੈਂ ਆਉਣਾ। ਓਏ ਮੈਂ ਅਰੇ ਰੁਕ ਜਾ, ਨਹੀਂ ਤਾਂ ਤੇਰੇ ਮੁੰਡੇ ਦਾ ਖੋਪਾ ਡਾਲ ਦੂੰ। ਨਹੀਂ ਨਹੀਂ, ਇਹ ਕੰਮ ਨਾ ਕਰੀ। ਡੈਡੀ ਆ ਮੈਨੂੰ ਛੱਡਦਾ ਨਹੀਂ। ਡੈਡੀ ਓਏ ਤੱਕਿਆ ਵੱਟਾ ਮਾਰੂ ਕੱਢ ਦੇ। ਓਏ ਕੁੱਤਿਆ ਸਰਪੰਚਾ, ਬੱਚੇ ਨੂੰ ਹੱਥ ਨਾ ਲਾਈ, ਨਹੀਂ ਤੇ ਪਾੜ ਕੇ ਰੱਖ ਦੂੰ, ਪਾੜ ਕੇ। ਚੱਪ ਓਏ, ਪਹਿਲਾਂ ਇਹਨਾਂ ਨੂੰ ਵੇਲੇ ਲਾਣਾ, ਫੇਰ ਦੱਸਦੇ ਆ ਕੌਣ ਕਿਹਨੂੰ ਪਾੜਦਾ। ਓਏ ਹਥਿਆਰਾਂ ਦੇ ਜ਼ੋਰ ਤੇ ਤਾਂ ਹਰ ਕੋਈ ਸ਼ੇਰ ਬਣ ਜਾਂਦਾ ਹੈ, ਜੇ ਹਿੰਮਤ ਹੈ ਤਾਂ ਖਾਲੀ ਹੱਥ ਆਓ, ਫੇਰ ਪਤਾ ਲੱਗੂ ਤੁਹਾਡੀ ਮਰਦਾਨਗੀ ਦਾ। ਚੁੱਪ ਓਏ, ਗੋਲੀ ਮਾਰ ਦੂੰ ਹਿੱਕ 'ਚ। ਨਹੀਂ ਰਾਜੇ, ਮਰਨ ਵਾਲੇ ਦੀ ਆਖਰੀ ਇੱਛਾ ਤਾਂ ਪੂਰੀ ਕਰ ਦਈਏ, ਨਾਲੇ ਖੋਲ ਦੇ ਇਹਨਾਂ ਨੂੰ ਵੇਨਾ ਵੱਡੇ ਸੂਰਮਿਆਂ ਨੂੰ। ਆ ਜਾ ਓਏ, ਤੇਰੇ ਵੇਨਾ ਕਿੰਨੀ ਖੂਨ 'ਚ ਗਰਮੀ ਆ। ਆ ਜਾ ਫਿਰ। ਤੇਰੇ ਨੇ
ਸਾਲਿਆ ਤੈਨੂੰ ਪਿੰਡ ਦਾ ਸਰਪੰਚ ਬਣਾਇਆ ਸੀ ਕਿ ਤੂੰ ਪਿੰਡ ਨੂੰ ਤਰੱਕੀ ਦੇ ਰਾਹਾਂ ਤੇ ਲੈ ਕੇ ਜਾਏਗਾ ਤੇ ਤੂੰ ਸਾਲਿਆ ਚੰਦ ਰੁਪਈਆ ਪਿੱਛੇ ਪਿੰਡ ਵੇਚਣ ਚੱਲਿਆ ਸੀ। ਸਾਲੇ ਦੀਆਂ ਬਾਹਾਂ ਨੱਪ ਕੇ ਰੱਖ ਨੂੰ। ਓਏ ਸਾਡੀਆਂ ਲਾਸ਼ਾਂ ਵਿਛਾਉਣ ਵਾਲਿਆ, ਅੱਜ ਇਸ ਧਰਤੀ ਤੇ ਤੇਰੀ ਲਾਸ਼ ਡਿੱਗੂਗੀ। ਸਾਲਿਆ ਬੜਾ ਆਪਦੇ ਆਪ ਨੂੰ ਭੀਮ ਸਮਝਦਾ ਸੀ। ਅੱਜ ਆਪਦੀ ਵਾਰੀ ਆਈ ਤਾਂ ਕਹਿੰਦਾ ਛੱਡ ਦੇ। ਓ ਯਾਦ ਕਰ ਕਿੰਨੇ ਨਿਰਦੋਸ਼ਾਂ ਦੀਆਂ ਜਾਨਾਂ ਲਈਆਂ ਚੰਦ ਰੁਪਇਆਂ ਦੀ ਖਾਤਰ। ਓਏ ਤੁਹਾਡੇ ਵਰਗੇ ਗਦਾਰਾਂ ਦੇ ਕਰਕੇ ਵਿਰੋਧੀ ਸਾਡੇ ਪੰਜਾਬ ਦਾ ਕਿੰਨਾ ਨੁਕਸਾਨ ਕਰਦੇ ਆ। ਵੀਰਾ ਭਾਈਆਂ ਨੂੰ ਸਿਰਫ ਤੇਰੇ ਵਰਗੇ ਗਦਾਰਾਂ ਦੀ ਕਾਰਨ। ਸਿੱਲੇ ਭੱਜ ਕਿੱਥੇ ਤੱਕ ਭੱਜੇਗਾ? ਸਾਰੀ ਜਨਤਾ ਦਾ ਖੂਨ ਪੀਗਾ, ਹੁਣ ਕਿੱਥੇ ਭੱਜਿਆ ਵੀ ਨਹੀਂ ਜਾਂਦਾ। ਮੇਰਾ ਮੁੰਡਾ ਵੀ ਮਾਰਤਾ ਜਿੱਦੇ ਪੈਸੇ ਮਾਰਨ ਲੱਗਾ ਤਾਂ ਕੁਰਸੀ ਦਾ ਖੇੜਾ ਛੱਡ ਦੇ। ਜਿੱਦੇ ਦਾ ਕਿਉਂ ਨਹੀਂ ਛੱਡਦਾ ਮੈਨੂੰ? ਇਹ ਮਾਰ ਦੂਗਾ ਮੈਨੂੰ। ਰੁਕ ਬੱਬਲ, ਆਪਣੀ ਮੌਤ ਆਈ ਹੈ ਤੇ ਕੰਬਲ ਲੱਗ ਗਿਆ। ਅਸੀਂ ਪੰਜਾਬ ਦੇ ਭੋਲੇ ਭਾਲੇ ਲੋਕ ਅਮਨ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਆ, ਪਰ ਤੇਰੇ ਵਰਗੇ ਟੁੱਚੇ ਰਾਜਨੇਤਾ ਸਾਨੂੰ ਇਹ ਖੂਨ ਖਰਾਬਾ ਕਰਨ ਤੇ ਮਜਬੂਰ ਕਰਦੇ ਆ। ਮੰਤਰੀ, ਇਹ ਕੰਡੇ ਤੂੰ ਆਪ ਬੀਜੇ ਆਪ। ਓਏ ਤੂੰ ਸਾਡੀਆਂ ਜ਼ਮੀਨਾਂ ਖੋਦਾ ਸੀ ਨਾ, ਪਰ ਸ਼ਾਇਦ ਤੂੰ ਭੁੱਲ ਗਿਆ ਕਿ ਤੈਨੂੰ ਵੀ ਇਸੇ ਮਿੱਟੀ ਵਿੱਚ ਇੱਕ ਦਿਨ ਦਫਨ ਹੋਣਾ ਪਊ। ਕਿ ਅੱਜ ਅਸੀਂ ਦਫਨ ਕਰਕੇ ਜਾਵਾਂਗੇ। ਛੱਡੀ ਨਾ ਬਾਈ ਇਹਨੂੰ। ਨਾ ਬਾਈ ਨਾ, ਮੈਨੂੰ ਇੱਕ ਵਾਰੀ ਮੁੱਖ ਮੰਤਰੀ ਬਣ ਜਾਂਦੇ, ਤੁਹਾਡੇ ਪਿੰਡ ਦੀਆਂ ਸਾਰੀਆਂ ਸਮੱਸਿਆ ਹੱਲ ਕਰ ਦੂੰਗਾ। ਇੱਕ ਵਾਰ ਛੱਡ ਦੇ ਜਰਨੈਲ ਸਿੰਘ ਬਾਈ, ਇੱਕ ਵਾਰੀ ਛੱਡ ਦਈਏ। ਇੱਕ ਵਾਰੀ ਮੈਨੂੰ ਛੱਡ ਦੇ, ਮਾਫ ਕਰ ਦੇ। ਤੁਹਾਡੇ ਪਿੰਡ ਦਾ ਸਾਰਾ ਕੰਮ ਕਰ ਦਿਆ ਕਰੂੰਗਾ ਮੈਂ। ਇੱਕ ਵਾਰੀ ਮੈਨੂੰ ਮੁੱਖ ਮੰਤਰੀ ਬਣ ਜਾਂਦੇ, ਤੁਹਾਡੇ ਪਿੰਡ ਦੀਆਂ ਸਾਰੀਆਂ ਸਮੱਸਿਆ ਹੱਲ ਕਰ ਦਿਆ ਕਰੂੰਗਾ। ਛੱਡ ਦੇ, ਇੱਕ ਵਾਰੀ ਛੱਡ ਦੇ ਬਾਈ, ਇੱਕ ਵਾਰੀ ਛੱਡ ਦੇ ਸਾਨੂੰ, ਇੱਕ ਵਾਰੀ ਛੱਡ ਦੇ। ਛੱਡ ਦਈਏ ਬਾਈ ਇਹਨੂੰ ਫਿਰ। ਛੱਡ ਦਿੰਦੇ ਆ ਬਾਈ ਫਿਰ ਇਹਨੂੰ। ਬਚ ਗਿਆ ਮਾਤਾ ਨੇ ਮੈਨੂੰ ਬਚਾ ਦਿੱਤਾ। ਬਚ ਗਿਆ ਹੁਣ ਬਚ ਗਿਆ।